हाँ जी स्टूडेंट्स, ਅੱਜ ਅਸੀਂ ਆਪਣੀ +1 ਕਲਾਸ ਇੰਗਲਿਸ਼ ਕੰਪਲਸਰੀ ਦੇ ਸੈਕਸ਼ਨ ਸੀ ਦੀ 5ਵੀਂ ਸਟੋਰੀ ਦਾ ਪੰਚ ਪਰਮੇਸ਼ਵਰ, ਜਿਸ ਨੂੰ ਕਿ ਮੁਨਸ਼ੀ ਪ੍ਰੇਮਚੰਦ ਨੇ ਲਿਖਿਆ ਹੋਇਆ ਹੈ, ਇਸ ਸਟੋਰੀ ਦੀ ਅੱਜ ਅਸੀਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ। ਇਹ ਵੀਡੀਓ ਇਸ ਸਟੋਰੀ ਦੀ ਸੀਰੀਜ਼ ਦੀ ਸਾਡੀ ਪਹਿਲੀ ਵੀਡੀਓ ਹੋਏਗੀ। ਸਟੂਡੈਂਟਸ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਮੈਂ ਇਸ ਵੀਡੀਓ ਦੇ ਨਾਲ ਰਿਲੇਟਡ ਇੱਕ ਕੁਇਜ਼ ਤਿਆਰ ਕੀਤਾ ਹੈ ਜਿਸ ਦਾ ਨਾਮ ਹੈ ਪੰਚ ਪਰਮੇਸ਼ਵਰ ਕੁਇਜ਼ ਨੰਬਰ 1। ਤਾਂ ਉਸ ਦੇ ਵਿੱਚ ਮੈਂ ਤਰ੍ਹਾਂ ਦੇ ਬੱਚਿਓ ਕੁਐਸਚਨਸ ਪਾਏ ਨੇ ਜੋ ਕਿ ਇਸ ਵੀਡੀਓ ਦੇ ਨਾਲ ਰਿਲੇਟਡ ਨੇ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਇਹ ਵਾਲਾ ਕੁਇਜ਼ ਜ਼ਰੂਰ ਸੋਲਵ ਕਰੋ। ਮੈਂ ਇਸ ਦਾ ਲਿੰਕ ਤੁਹਾਨੂੰ ਨੀਚੇ ਵੀਡੀਓ ਦੀ ਡਿਸਕ੍ਰਿਪਸ਼ਨ ਵਾਲੇ ਕਾਲਮ ਦੇ ਵਿੱਚ ਦੇ ਰਿਹਾ ਹਾਂ, ਤਾਂ ਕਿ ਤੁਹਾਨੂੰ ਇਹ ਪਤਾ ਚੱਲੇ ਕਿ ਤੁਸੀਂ ਅੱਜ ਵੀਡੀਓ ਦੇ ਵਿੱਚ ਜੋ ਕੁਝ ਸਿੱਖਿਆ ਹੈ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਇਸ ਤਰ੍ਹਾਂ ਨਾਲ ਤੁਹਾਡਾ ਇਸ ਵੀਡੀਓ ਦੇ ਵਿੱਚ ਇੰਟਰਸਟ ਵੀ ਬਣਿਆ ਰਹੇਗਾ। ਤਾਂ ਮੈਂ ਇੱਕ ਵਾਰੀ ਤੁਹਾਨੂੰ ਫੇਰ ਅਪੀਲ ਕਰਾਂਗਾ ਕਿ ਤੁਸੀਂ ਇਹ ਵਾਲਾ ਕੁਇਜ਼ ਜ਼ਰੂਰ ਸੋਲਵ ਕਰੋ ਅਤੇ ਇਸ ਨੂੰ ਸਬਮਿਟ ਕਰੋ। ਮੈਂ ਤੁਹਾਡੇ ਦਿੱਤੇ ਹੋਏ ਆਨਸਰਸ ਦਾ ਫੀਡਬੈਕ ਜ਼ਰੂਰ ਦਵਾਂਗਾ। ਤਾਂ ਸਭ ਤੋਂ ਪਹਿਲਾਂ ਅਸੀਂ ਇਸ ਸਟੋਰੀ ਦੇ ਰਾਈਟਰ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਤਾਂ ਇਹ ਸਾਡੀ ਸਟੋਰੀ ਹੈ ਜੀ ਦਾ ਪੰਚ ਪਰਮੇਸ਼ਵਰ, ਜਿਸ ਨੂੰ ਕਿ ਮੁਨਸ਼ੀ ਪ੍ਰੇਮਚੰਦ ਨੇ ਲਿਖਿਆ ਹੋਇਆ ਹੈ। ਤਾਂ ਪ੍ਰੇਮਚੰਦ ਵਾਜ਼ ਬੋਰਨ ਇਨ ਲਮਾਹੀ, ਅ ਸਮਾਲ ਵਿਲੇਜ ਨੀਅਰ ਬਨਾਰਸ ਇਨ ਈਸਟਰਨ ਉੱਤਰ ਪ੍ਰਦੇਸ਼। ਤਾਂ ਪੂਰਬੀ ਉੱਤਰ ਪ੍ਰਦੇਸ਼ ਦੇ ਬਨਾਰਸ ਇਲਾਕੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜੀ ਲਮਾਹੀ, ਜਿਸ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਆਫਟਰ ਪਾਸਿੰਗ ਹਿਜ਼ ਮੈਟ੍ਰਿਕੂਲੇਸ਼ਨ ਇਨ 1898, ਪ੍ਰੇਮਚੰਦ ਜੁਆਇਨਡ ਗਵਰਨਮੈਂਟ ਸਰਵਿਸ ਐਜ਼ ਅ ਸਕੂਲ ਟੀਚਰ ਇਨ 1900। 1898 ਦੇ ਵਿੱਚ ਇਹਨਾਂ ਨੇ ਮੈਟ੍ਰਿਕੂਲੇਸ਼ਨ ਦੀ ਆਪਣੀ ਪ੍ਰੀਖਿਆ ਪਾਸ ਕੀਤੀ ਅਤੇ ਉਸ ਤੋਂ ਬਾਅਦ 1900 ਦੇ ਵਿੱਚ ਇਹਨਾਂ ਨੇ ਇੱਕ ਸਕੂਲ ਟੀਚਰ ਦੇ ਵਜੋਂ ਸਰਕਾਰੀ ਨੌਕਰੀ ਜੁਆਇਨ ਕੀਤੀ। ਹੀ ਵਾਜ਼ ਮੈਰਿਡ ਐਟ ਦਾ ਏਜ ਆਫ 16 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਵਿਆਹ ਹੋ ਗਿਆ। But finding the marriage to be incompatible, he defied social convention by remarrying a child widow in 1906। ਪਰੰਤੂ ਇਹਨਾਂ ਦੀ ਪਹਿਲੀ ਸ਼ਾਦੀ ਇਨਕੰਪੈਟੀਬਲ ਰਹੀ। ਇਨਕੰਪੈਟੀਬਲ ਦਾ ਮਤਲਬ ਹੁੰਦਾ ਹੈ ਜਦੋਂ ਦੋ ਵਿਅਕਤੀਆਂ ਦੇ ਵਿਚਾਰ ਇੱਕ ਦੂਜੇ ਨਾਲ ਨਹੀਂ ਮਿਲਦੇ, ਤਾਂ ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਇਨਕੰਪੈਟੀਬਲ। ਤਾਂ ਇਹਨਾਂ ਦੀ ਪਹਿਲੀ ਮੈਰਿਜ ਇਨਕੰਪੈਟੀਬਲ ਰਹੀ। ਤਾਂ ਇਹਨਾਂ ਨੇ ਡਿਫਾਈ ਦਾ ਮਤਲਬ ਹੁੰਦਾ ਬੱਚਿਓ ਵਿਰੋਧ ਕਰਨਾ। ਤਾਂ ਇਹਨਾਂ ਨੇ ਸਮਾਜਿਕ ਰਸਮਾਂ ਰਿਵਾਜਾਂ ਦਾ ਵਿਰੋਧ ਕਰਦੇ ਹੋਏ, ਕਨਵੈਨਸ਼ਨ ਦਾ ਮਤਲਬ ਇੱਥੇ ਰਸਮਾਂ ਨੂੰ ਤੁਸੀਂ ਕਹਿ ਸਕਦੇ ਹੋ, ਚਾਈਲਡ ਵਿਡੋ ਦੇ ਨਾਲ 1906 ਈਸਵੀ ਦੇ ਵਿੱਚ ਵਿਆਹ ਕਰਵਾਇਆ। ਚਾਈਲਡ ਵਿਡੋ ਮਤਲਬ ਕਿ ਇੱਕ ਅਜਿਹੀ ਲੜਕੀ ਜਿਸ ਦੇ ਕਿ ਪਤੀ ਦੀ ਡੈਥ ਹੋ ਗਈ ਸੀ, ਲੇਕਿਨ ਉਸ ਦੇ ਕੋਲ ਇੱਕ ਬੱਚਾ ਵੀ ਸੀ, ਉਸ ਦੇ ਨਾਲ ਇਹਨਾਂ ਨੇ ਸ਼ਾਦੀ ਕਰਵਾਈ। ਇਟ ਵਾਜ਼ ਓਨਲੀ ਮਚ ਲੇਟਰ ਇਨ ਲਾਈਫ in 1919 that he obtained his BA degree from Allahabad University। ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਸਾਲਾਂ ਬਾਅਦ 1919 ਈਸਵੀ ਦੇ ਵਿੱਚ ਇਹਨਾਂ ਨੇ BA ਦੀ ਡਿਗਰੀ ਅਲਾਹਾਬਾਦ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਮਹਾਤਮਾ ਗਾਂਧੀਜ਼ ਨਾਨ ਕੋਆਪਰੇਸ਼ਨ ਮੂਵਮੈਂਟ ਇਨਫਲੂਐਂਸਡ ਹਿਮ ਡੀਪਲੀ। ਤਾਂ ਮਹਾਤਮਾ ਗਾਂਧੀ ਦੀ ਜਿਹੜੀ ਨਾਨ ਕੋਆਪਰੇਸ਼ਨ ਮੂਵਮੈਂਟ ਚੱਲੀ ਸੀ, ਅਸਹਿਯੋਗ ਅੰਦੋਲਨ, ਉਹਨਾਂ ਨੇ ਇਹਨਾਂ ਦੇ ਉੱਪਰ ਕਾਫੀ ਜ਼ਿਆਦਾ ਅਸਰ ਪਾਇਆ। ਇਨਫਲੂਐਂਸ ਦਾ ਮਤਲਬ ਹੁੰਦਾ ਬੱਚਿਓ ਅਸਰ ਪਾਉਣਾ। In 1920, he resigned his government job to register his protest against the British colonial rule। ਤਾਂ ਇਸੇ ਅਸਹਿਯੋਗ ਅੰਦੋਲਨ ਦੇ ਅਸਰ ਦੇ ਵਿੱਚ ਇਹਨਾਂ ਨੇ 1920 ਈਸਵੀ ਦੇ ਵਿੱਚ ਆਪਣੀ ਸਰਕਾਰੀ ਜੌਬ, ਜੋ ਕਿ ਟੀਚਰ ਦੀ ਜੌਬ ਕਰਦੇ ਸੀ, ਉਸ ਤੋਂ ਇਹਨਾਂ ਨੇ ਅਸਤੀਫਾ ਦਿੱਤਾ। ਅਤੇ ਇਹਨਾਂ ਨੇ ਕਿਉਂ ਕੀਤਾ? ਕਿਉਂਕਿ ਉਸ ਸਮੇਂ ਜਿਹੜਾ ਕਿ ਸਾਡੇ ਉੱਪਰ ਅੰਗਰੇਜ਼ ਲੋਕਾਂ ਦਾ ਸ਼ਾਸਨ ਸੀ, ਉਸ ਦੇ ਪ੍ਰੋਟੈਸਟ ਵਜੋਂ, ਉਸ ਦਾ ਵਿਰੋਧ ਕਰਦੇ ਹੋਏ ਇਹਨਾਂ ਨੇ ਅਸਤੀਫਾ ਦਿੱਤਾ। ਪ੍ਰੋਟੈਸਟ ਦਾ ਮਤਲਬ ਹੁੰਦਾ ਬੱਚਿਓ ਵਿਰੋਧ ਕਰਨਾ। ਡਿਫਾਈ ਸ਼ਬਦ ਪਹਿਲਾਂ ਵੀ ਆਇਆ ਹੈ, ਤਾਂ ਦੋਨਾਂ ਦਾ ਮਤਲਬ ਆਲਮੋਸਟ ਸੇਮ ਹੈ। ਹੀ ਡਿਵੋਟਡ ਦਾ ਰੈਸਟ ਆਫ ਹਿਜ਼ ਲਾਈਫ ਟੂ ਰਾਈਟਿੰਗ, ਐਡੀਟਿੰਗ ਐਂਡ ਪਬਲਿਸ਼ਿੰਗ। ਤਾਂ ਉਹਨਾਂ ਨੇ ਆਪਣੀ ਬਾਕੀ ਜ਼ਿੰਦਗੀ, ਦਾ ਰੈਸਟ ਆਫ ਹਿਜ਼ ਲਾਈਫ, ਉਹ ਸਮਰਪਿਤ ਕਰ ਦਿੱਤੀ। ਡਿਵੋਟ ਦਾ ਮਤਲਬ ਹੁੰਦਾ ਹੈ ਸਮਰਪਿਤ ਕਰਨਾ। ਕਾਹਦੇ 'ਚ ਸਮਰਪਿਤ ਕੀਤੀ ਜੀ? ਲਿਖਦੇ ਹੋਏ, ਐਡਿਟ ਕਰਦੇ ਹੋਏ ਅਤੇ ਉਹਨਾਂ ਨੂੰ ਪਬਲਿਸ਼ ਕਰਦੇ ਹੋਏ। ਮਤਲਬ ਇਹ ਲਿਖਾਰੀ ਵੀ ਸੀ, ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਹੁੰਦੀਆਂ ਉਹਨਾਂ ਨੂੰ ਇਹ ਐਡਿਟ ਵੀ ਕਰਦੇ ਸੀ ਅਤੇ ਫਿਰ ਉਹਨਾਂ ਨੂੰ ਛਾਪਦੇ ਵੀ ਸੀ। ਤਾਂ ਸਟੂਡੈਂਟਸ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇਹਨਾਂ ਦਾ ਅਸਲ ਨਾਮ ਸੀ ਧਨਪਤ ਰਾਏ ਸ਼੍ਰੀਵਾਸਤਵ, ਤੇ ਪ੍ਰੇਮਚੰਦ ਇਹਨਾਂ ਦਾ ਪੈਨ ਨੇਮ ਸੀਗਾ। ਪੈਨ ਨੇਮ ਦਾ ਮਤਲਬ ਹੁੰਦਾ ਹੈ ਕਿ ਜਿਸ ਨਾਮ ਦੇ ਨਾਲ ਇਹ ਆਪਣੀਆਂ ਲਿਖਤਾਂ ਪ੍ਰਕਾਸ਼ਿਤ ਕਰਵਾਉਂਦੇ ਸੀ, ਉਸ ਨੂੰ ਆਪਾਂ ਉਸਦਾ ਪੈਨ ਨੇਮ ਕਹਿੰਦੇ ਹਾਂ। ਹਾਲਾਂਕਿ ਪ੍ਰੇਮਚੰਦ ਲਿਖਣ ਤੋਂ ਪਹਿਲਾਂ ਇਹ ਆਪਣਾ ਪੈਨ ਨੇਮ ਨਵਾਬ ਰਾਏ ਵੀ ਲਿਖਦੇ ਸੀ। ਇਹਨਾਂ ਨੂੰ ਸਤਿਕਾਰ ਵਜੋਂ ਸਾਡੇ ਹਿੰਦੀ ਰਾਈਟਰਸ ਉਪਨਿਆਸ ਸਮਰਾਟ ਜਾਂ ਐਂਪਰਰ ਐਮੰਗ ਨੋਵਲਿਸਟ ਵੀ ਕਹਿੰਦੇ ਹਨ। ਇਹਨਾਂ ਨੇ ਬਹੁਤ ਸਾਰੇ ਨਾਵਲਸ ਲਿਖੇ ਹੈ ਜੀ, ਦਰਜਨਾਂ ਨਾਵਲ ਲਿਖੇ ਹੈ, 300 ਸ਼ਾਰਟ ਸਟੋਰੀਜ਼ ਲਿਖੀਆਂ ਨੇ, ਕਈ ਐਸੇ ਵੀ ਲਿਖੇ ਨੇ ਅਤੇ ਹੋਰ ਜਿਹੜੀਆਂ ਫੋਰਨ ਭਾਸ਼ਾਵਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਨੂੰ ਇਹਨਾਂ ਨੇ ਹਿੰਦੀ ਦੇ ਵਿੱਚ ਟਰਾਂਸਲੇਸ਼ਨ ਵੀ ਕੀਤੀ ਹੈ। 1936 ਈਸਵੀ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ।
ਰਾਈਟਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਅਸੀਂ ਹੁਣ ਸਟੋਰੀ ਦੇ ਟੈਕਸਟ ਵੱਲ ਆਉਂਦੇ ਹਾਂ। ਸਟੋਰੀ ਸਟਾਰਟ ਹੁੰਦੀ ਹੈ ਜੀ ਕਿ ਜੁਮਨ ਸ਼ੇਖ ਐਂਡ ਅਲਗੂ ਚੌਧਰੀ ਇੰਜੋਇਡ ਅ ਡੀਪ ਫਰੈਂਡਸ਼ਿਪ। ਸਟੋਰੀ ਦੇ ਬਿਲਕੁਲ ਸਟਾਰਟਿੰਗ 'ਚ ਦੋ ਕਰੈਕਟਰਸ ਦਾ ਜ਼ਿਕਰ ਆਉਂਦਾ ਹੈ। ਪਹਿਲਾ ਤਾਂ ਹੈ ਜੀ ਜੁਮਨ ਸ਼ੇਖ ਅਤੇ ਦੂਸਰਾ ਹੈ ਅਲਗੂ ਚੌਧਰੀ। ਹੁਣ ਇਹ ਦੋਨੇ ਬਹੁਤ ਹੀ ਪੱਕੇ ਦੋਸਤ ਸੀ। ਤਾਂ ਤੁਸੀਂ ਬੱਚਿਓ ਪਹਿਲੀ ਲਾਈਨ ਦੇਖੋ, ਇਹਨਾਂ ਨੇ ਲਿਖਿਆ ਕਿ ਜੁਮਨ ਸ਼ੇਖ ਐਂਡ ਅਲਗੂ ਚੌਧਰੀ ਇੰਜੋਇਡ ਅ ਡੀਪ ਫਰੈਂਡਸ਼ਿਪ, ਕਿ ਬਹੁਤ ਹੀ ਡੂੰਘੇ ਦੋਸਤ ਸੀ। ਉਹ ਇਹ ਵੀ ਲਿਖ ਸਕਦੇ ਸੀ ਕਿ ਜੁਮਨ ਸ਼ੇਖ ਐਂਡ ਅਲਗੂ ਚੌਧਰੀ ਵਰ ਵੈਰੀ ਗੁੱਡ ਫਰੈਂਡਸ ਜਾਂ ਵਰ ਵੈਰੀ ਫਾਸਟ ਫਰੈਂਡਸ। ਪਰ ਇੱਥੇ ਤੁਸੀਂ ਇੱਕ ਫਰੇਜ਼ ਨੋਟ ਕਰ ਸਕਦੇ ਹੋ ਕਿ ਜਦੋਂ ਅਸੀਂ ਕੋਈ ਦੋ ਦੋਸਤਾਂ ਦੀ ਦੋਸਤੀ ਬਾਰੇ ਕੁਝ ਦੱਸਣਾ ਹੁੰਦਾ ਹੈ ਤਾਂ ਅਸੀਂ ਉੱਥੇ ਇਹ ਵੀ ਲਿਖ ਸਕਦੇ ਹਾਂ ਕਿ ਦੇ ਇੰਜੋਇਡ ਅ ਡੀਪ ਫਰੈਂਡਸ਼ਿਪ। ਦੇ ਕਲਟੀਵੇਟਿਡ ਦੇਅਰ ਲੈਂਡਸ ਜੁਆਇੰਟਲੀ। ਉਹ ਦੋਵੇਂ ਆਪਣੀਆਂ ਜ਼ਮੀਨਾਂ 'ਤੇ ਇਕੱਠੇ ਖੇਤੀ ਕਰਦੇ ਸੀ। ਕਲਟੀਵੇਟ ਦਾ ਮਤਲਬ ਹੁੰਦਾ ਹੈ ਜ਼ਮੀਨ ਬੋਣਾ ਜਾਂ ਖੇਤੀ ਕਰਨਾ। ਦੇ ਟਰਸਟਿਡ ਈਚ ਅਦਰ ਡੀਪਲੀ। ਉਹ ਇੱਕ ਦੂਜੇ 'ਤੇ ਬਹੁਤ ਹੀ ਜ਼ਿਆਦਾ ਵਿਸ਼ਵਾਸ ਕਰਦੇ ਸੀ। ਡੀਪਲੀ ਮਤਲਬ ਬਹੁਤ ਹੀ ਜ਼ਿਆਦਾ ਡੂੰਘਾ ਵਿਸ਼ਵਾਸ ਕਰਦੇ ਸੀ। ਵੈਨ ਜੁਮਨ ਵੈਂਟ ਟੂ ਮੈਕਾ ਫॉर ਹਜ ਹੀ ਲੈਫਟ ਹਿਜ਼ ਹਾਊਸ ਇਨ ਚਾਰਜ ਆਫ ਅਲਗੂ ਐਂਡ ਵੈਨ ਐਵਰ ਅਲਗੂ ਵੈਂਟ ਅਵੇ ਫਰੋਮ ਦਾ ਵਿਲੇਜ ਹੀ ਵੁੱਡ ਲੀਵ ਹਿਜ਼ ਹਾਊਸ ਵਿਦ ਜੁਮਨ। ਤਾਂ ਜਦੋਂ ਵੀ ਜੁਮਨ ਮੱਕਾ ਜਾਂਦਾ ਸੀ ਜੀ ਹਜ ਦੇ ਲਈ, ਇੱਥੇ ਦੇਖੋ ਮੱਕੇ ਦੀ ਐਮ ਵੱਡੀ ਹੈ, ਹਜ ਦੀ ਐਚ ਵੱਡੀ ਹੈ, ਬਿਕੋਜ਼ ਇਹ ਦੋਵੇਂ ਕਿਸੇ ਖਾਸ ਨਾਮ ਦੇ ਬਾਰੇ ਦੱਸਦੇ ਨੇ। ਤਾਂ ਉਹ ਆਪਣੇ ਘਰ ਨੂੰ ਅਲਗੂ ਦੇ ਚਾਰਜ ਦੇ ਵਿੱਚ ਛੱਡ ਜਾਂਦਾ ਸੀ। ਅਲਗੂ ਉਸ ਦੇ ਘਰ ਦੀ ਦੇਖ ਰੇਖ ਕਰਦਾ ਸੀ। ਅਤੇ ਇਸੇ ਤਰ੍ਹਾਂ ਜਦੋਂ ਵੀ ਅਲਗੂ ਪਿੰਡ ਤੋਂ ਬਾਹਰ ਜਾਂਦਾ ਸੀ, ਵੈਂਟ ਅਵੇ ਬਾਹਰ ਜਾਂਦਾ ਸੀ ਪਿੰਡ ਤੋਂ, ਉਹ ਆਪਣਾ ਘਰ ਜੁਮਨ ਦੇ ਹਵਾਲੇ ਕਰ ਜਾਂਦਾ ਸੀ। ਤਾਂ ਦੋਵੇਂ ਬਹੁਤ ਹੀ ਪੱਕੇ ਦੋਸਤ ਸੀ ਜੀ, ਦੋਵੇਂ ਇੱਕ ਦੂਜੇ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਸੀ। ਦੇ ਡਿਡ ਨੋਟ ਸ਼ੇਅਰ ਦਾ ਸੇਮ ਰਿਲੀਜਨ। ਉਹ ਦੋਵੇਂ ਇੱਕੋ ਧਰਮ ਦੇ ਨਹੀਂ ਸਨ। ਦੇਖੋ ਸਾਨੂੰ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਜੁਮਨ ਸ਼ੇਖ ਮੁਸਲਮਾਨ ਹੈ ਅਤੇ ਅਲਗੂ ਚੌਧਰੀ ਹਿੰਦੂ ਹੈ। ਬਟ ਦੇ ਯੂਜ਼ ਟੂ ਥਿੰਕ ਅਲਾਈਕ। ਪਰੰਤੂ ਉਹਨਾਂ ਦੋਨਾਂ ਦੀ ਸੋਚਣੀ ਇੱਕੋ ਵਰਗੀ ਸੀ। ਯੂਜ਼ ਟੂ ਥਿੰਕ ਅਲਾਈਕ। ਅਲਾਈਕ ਦਾ ਮਤਲਬ ਹੁੰਦਾ ਬੱਚਿਓ ਸੇਮ, ਇੱਕੋ ਵਰਗੀ। ਦਿਸ ਇਜ਼ ਦਾ ਟਰੂ ਮੀਨਿੰਗ ਆਫ ਫਰੈਂਡਸ਼ਿਪ। ਤਾਂ ਉਹਨਾਂ ਦੀ ਦੋਸਤੀ ਨੂੰ ਦੇਖ ਕੇ ਐਂ ਲੱਗਦਾ ਸੀ ਕਿ ਇਹਨਾਂ ਦੀ ਦੋਸਤੀ ਇੱਕ ਸੱਚੀ ਦੋਸਤੀ ਹੈ। ਜੇ ਕਿਸੇ ਨੇ ਦੋਸਤੀ ਦੇ ਸੱਚੇ ਅਰਥ ਦੱਸਣੇ ਹੁੰਦੇ ਸੀ ਤਾਂ ਉਹਨਾਂ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਸੀ। ਤਾਂ ਬੱਚਿਓ ਸਾਡੇ ਸ਼ਾਰਟ ਆਨਸਰ ਟਾਈਪ ਦੇ ਵਿੱਚ ਜਿਹੜਾ ਪਹਿਲਾ ਕੁਐਸਚਨ ਬਣਦਾ ਹੈ ਉਹ ਇਹਨਾਂ ਦੋਨਾਂ ਦੀ ਦੋਸਤੀ 'ਤੇ ਹੀ ਬਣਦਾ ਹੈ। ਤਾਂ ਜਦੋਂ ਅਸੀਂ ਆਪਣੇ ਆਨਸਰ ਲਿਖਾਂਗੇ ਇਸੇ ਪੈਰੇ ਦੇ ਵਿੱਚੋਂ ਆਪਾਂ ਆਨਸਰ ਲੈ ਕੇ ਲਿਖਾਂਗੇ। ਜੁਮਨ ਸ਼ੇਖ ਹੈਡ ਐਨ ਓਲਡ ਆਂਟ। ਤਾਂ ਜੁਮਨ ਸ਼ੇਖ ਦੀ ਇੱਕ ਬੁੱਢੀ ਆਂਟੀ ਸੀ ਕੋਈ। ਸ਼ੀ ਹੈਡ ਅ ਲਿਟਲ ਪ੍ਰੋਪਰਟੀ। ਉਸ ਦੇ ਕੋਲ ਥੋੜ੍ਹੀ ਜਿਹੀ ਪ੍ਰੋਪਰਟੀ ਸੀ। ਤਾਂ ਬੱਚਿਓ ਨੋਟ ਕਰੋ ਇੱਥੇ ਆ ਲਿਟਲ ਡਿਟਰਮੀਨਰ ਪਾਇਆ ਹੋਇਆ ਹੈ। ਆ ਲਿਟਲ ਦਾ ਮਤਲਬ ਹਮੇਸ਼ਾ ਪੋਜ਼ਿਟਿਵ ਸੈਂਸ 'ਚ ਹੁੰਦਾ ਹੈ। ਇਹਦਾ ਮਤਲਬ ਇੱਥੇ ਇਹ ਹੋਇਆ ਕਿ ਉਸ ਕੋਲੇ ਕੁਝ ਪ੍ਰੋਪਰਟੀ ਸੀ ਬਟ ਨੋ ਕਲੋਜ਼ ਰਿਲੇਟਿਵਸ। ਪਰ ਉਸਦਾ ਕੋਈ ਨੇੜੇ ਦਾ ਰਿਸ਼ਤੇਦਾਰ ਨਹੀਂ ਸੀ, ਮਤਲਬ ਉਸਦਾ ਕੋਈ ਆਪਣਾ ਬੱਚਾ ਜਾਂ ਆਪਣੀ ਕੋਈ ਲੜਕੀ ਨਹੀਂ ਸੀ। After making many false promises, Juman persuaded the old woman to transfer the property in his name. ਤਾਂ ਕਾਫੀ ਜ਼ਿਆਦਾ ਉਸਨੇ ਝੂਠੇ ਵਾਅਦੇ ਕੀਤੇ ਜੀ। ਫਾਲਸ ਪ੍ਰੋਮਿਸਿਸ, ਝੂਠੇ ਵਾਅਦੇ ਕੀਤੇ। ਕਿਸਨੇ? ਜੁਮਨ ਨੇ। ਜੁਮਨ ਨੇ ਝੂਠੇ ਵਾਅਦੇ ਕਰਕੇ ਪਰਸੁਏਡ ਕਰ ਲਿਆ। ਪਰਸੁਏਡ ਦਾ ਮਤਲਬ ਹੁੰਦਾ ਹੈ ਜ਼ੋਰ ਦੇ ਕੇ ਮਨਾਉਣਾ। ਤਾਂ ਜੁਮਨ ਨੇ ਜ਼ੋਰ ਦੇ ਕੇ ਮਨਾ ਲਿਆ ਆਪਣੀ ਬੁੱਢੀ ਆਂਟੀ ਨੂੰ ਤਾਂ ਕਿ ਉਹ ਆਪਣੀ ਸਾਰੀ ਪ੍ਰਾਪਰਟੀ ਉਸਦੇ ਨੇਮ 'ਤੇ ਟਰਾਂਸਫਰ ਕਰ ਦੇਵੇ, ਮਤਲਬ ਕਿ ਆਪਣੀ ਸਾਰੀ ਜਾਇਦਾਦ ਜੁਮਨ ਦੇ ਨਾਂ ਲਾ ਦੇਵੇ। ਟਿਲ ਦਾ ਪੇਪਰਸ ਵਰ ਰਜਿਸਟਰਡ ਇਨ ਦਾ ਕੋਰਟ ਹੀ ਸ਼ਾਵਰਡ ਹਰ ਵਿਦ ਅਟੈਂਸ਼ਨ। ਜਦੋਂ ਤੱਕ ਕੋਰਟ ਦੇ ਵਿੱਚ ਇਹ ਪੇਪਰ ਰਜਿਸਟਰਡ ਨਾ ਹੋਏ, ਮਤਲਬ ਕਿ ਜੁਮਨ ਦੇ ਨਾਮ 'ਤੇ ਸਾਰੀ ਪ੍ਰਾਪਰਟੀ ਹੋਣ ਵਾਲੇ ਜਿਹੜੇ ਕਾਗਜ਼ ਸੀ ਉਹ ਰਜਿਸਟਰ ਨਾ ਹੋਏ, ਉਦੋਂ ਤੱਕ ਹੀ ਇੱਥੇ ਮਤਲਬ ਜੁਮਨ ਤੋਂ ਹੈ। ਤਾਂ ਜੁਮਨ ਆਪਣੀ ਆਂਟੀ ਦਾ ਪੂਰਾ ਧਿਆਨ ਕਰਦਾ ਸੀ। ਸ਼ਾਵਰਡ ਹਰ ਵਿਦ ਅਟੈਂਸ਼ਨ। ਅਟੈਂਸ਼ਨ ਦਾ ਮਤਲਬ ਇੱਥੇ ਧਿਆਨ ਹੋ ਗਿਆ, ਪੂਰਾ ਧਿਆਨ ਦੇ ਰਿਹਾ ਸੀ ਜਦ ਤੱਕ ਜ਼ਮੀਨ ਜਾਇਦਾਦ ਉਸ ਦੇ ਨਾਮ ਨਹੀਂ ਸੀ ਲੱਗੀ। ਹੀ ਵੁੱਡ ਬ੍ਰਿੰਗ ਹਰ ਸੰਪਚੁਅਸ ਫੂਡ ਐਂਡ ਸਵੀਟਸ। ਤਾਂ ਉਹ ਉਸਦੇ ਲਈ ਸੰਪਚੁਅਸ ਫੂਡ ਐਂਡ ਸਵੀਟਸ ਲੈ ਕੇ ਆਂਦਾ। ਨੋ ਸੰਪਚੁਅਸ ਦਾ ਮਤਲਬ ਹੁੰਦਾ ਬੱਚਿਓ ਐਕਸਪੈਂਸਿਵ, ਮਹਿੰਗੇ, ਕਿ ਕਾਫੀ ਮਹਿੰਗਾ ਖਾਣਾ ਉਸ ਲਈ ਲੈ ਕੇ ਆਂਦਾ, ਵਧੀਆ ਖਾਣਾ ਉਸ ਲਈ ਲੈ ਕੇ ਆਂਦਾ, ਮਿਠਾਈਆਂ ਲੈ ਕੇ ਆਂਦਾ। ਬਟ ਦਾ ਫਾਈਨਲ ਸਟੈਂਪਿੰਗ ਆਫ ਦਾ ਟਰਾਂਸਫਰ ਡੀਡ ਪੁੱਟ ਐਨ ਐਂਡ ਟੂ ਦਿਸ ਗਲੋਰੀਅਸ ਪੀਰੀਅਡ। ਪਰੰਤੂ ਜਦੋਂ ਟਰਾਂਸਫਰ ਡੀਡ ਦੇ ਉੱਪਰ ਫਾਈਨਲ ਸਟੈਂਪ ਲੱਗੀ, ਹੁਣ ਇੱਥੇ ਟਰਾਂਸਫਰ ਡੀਡ ਦਾ ਮਤਲਬ ਬੱਚਿਓ ਇੱਕ ਲੀਗਲ ਡਾਕੂਮੈਂਟ ਤੋਂ ਹੈ। ਡੀਡ ਦਾ ਮਤਲਬ ਹੁੰਦਾ ਹੈ ਆ ਲੀਗਲ ਡਾਕੂਮੈਂਟ, ਜਿਹੜਾ ਕਿ ਕੋਰਟ ਕਚਹਿਰੀਆਂ ਦੇ ਵਿੱਚ ਬੱਚਿਓ ਯੂਜ਼ ਹੁੰਦਾ ਹੈ, ਜਿਸ ਦੇ ਉੱਪਰ ਸਾਈਨ ਵਗੈਰਾ ਕੀਤੇ ਜਾਂਦੇ ਨੇ, ਐਫੀਡੇਵਿਟ ਵੀ ਕਹਿਤਾ ਜਾਂਦਾ। ਤਾਂ ਜਦੋਂ ਉਸ ਦੇ ਉੱਪਰ ਸਟੈਂਪ ਲੱਗ ਗਈ ਜੀ ਫਾਈਨਲ, ਤਾਂ ਫਿਰ ਕੀ ਹੋਇਆ? ਤਾਂ ਇਹ ਵਾਲਾ ਜਿਹੜਾ ਸ਼ਾਨਦਾਰ ਸਮਾਂ ਸੀ, ਗਲੋਰੀਅਸ ਦਾ ਮਤਲਬ ਹੁੰਦਾ ਬੱਚਿਓ ਸ਼ਾਨਦਾਰ, ਕਿ ਇਹ ਜਿਹੜਾ ਸਮਾਂ ਚੱਲ ਰਿਹਾ ਸੀ ਉਸ ਬੁੱਢੀ ਆਂਟੀ ਦਾ, ਕਿਹੜਾ ਸ਼ਾਨਦਾਰ ਸਮਾਂ ਸੀ ਕਿ ਉਸ ਦਾ ਧਿਆਨ ਰੱਖਿਆ ਜਾ ਰਿਹਾ ਸੀ ਜੁਮਨ ਵੱਲੋਂ ਅਤੇ ਜੁਮਨ ਉਸ ਲਈ ਬਹੁਤ ਹੀ ਵਧੀਆ ਖਾਣਾ ਲੈ ਕੇ ਆ ਰਿਹਾ ਸੀ। ਤਾਂ ਉਹ ਸ਼ਾਨਦਾਰ ਸਮਾਂ ਹੁਣ ਪੁੱਟ ਐਨ ਐਂਡ ਖਤਮ ਹੋ ਗਿਆ। ਤਾਂ ਪੁੱਟ ਐਨ ਐਂਡ ਦਾ ਮਤਲਬ ਹੁੰਦਾ ਬੱਚਿਓ ਫਰੇਜ਼ ਦੇ ਤੌਰ 'ਤੇ ਯੂਜ਼ ਹੁੰਦਾ ਹੈ ਖਤਮ ਹੋਣਾ, ਕਿਸੇ ਚੀਜ਼ ਦੇ ਖਤਮ ਹੋਣ ਨੂੰ ਕਿਹਾ ਜਾਂਦਾ ਹੈ। ਤਾਂ ਜੁਮਨਸ ਵਾਈਫ ਕਰੀਮਨਸ ਸ਼ਾਰਪ ਟੰਗ ਵਾਜ਼ ਨਾਓ ਐਡਿਡ ਐਜ਼ ਅ ਕਰੀ ਅਲੋਂਗ ਵਿਦ ਦਾ ਰੋਟੀ। ਤਾਂ ਹੁਣ ਜੁਮਨ ਦੀ ਵਾਈਫ ਦਾ ਨਾਮ ਆ ਗਿਆ ਜੀ ਕਰੀਮਨ।
ਤਾਂ ਕਾਫੀ ਇੰਪੋਰਟੈਂਟ ਕੁਐਸਚਨ ਬਣ ਸਕਦਾ ਬੱਚਿਓ ਮਲਟੀਪਲ ਚੋਇਸ ਦੇ ਵਿੱਚ ਕਿ ਜੁਮਨ ਦੀ ਵਾਈਫ ਦਾ ਨਾਮ ਕੀ ਸੀ। ਤਾਂ ਉਸਦੀ ਵਾਈਫ ਸੀ ਜੀ ਕਰੀਮਨ। ਤਾਂ ਉਹਦੀ ਸ਼ਾਰਪ ਟੰਗ ਸੀ, ਮਤਲਬ ਕਿ ਬੋਲਣ 'ਚ ਬਹੁਤ ਹੀ ਜ਼ਿਆਦਾ ਉਹ ਤਿੱਖੀ ਸੀ, ਤਿੱਖੇ ਬੋਲ ਬੋਲਦੀ ਸੀ। ਤਾਂ ਉਹਦੇ ਉਹ ਜਿਹੜੇ ਤਿੱਖੇ ਬੋਲ ਸੀ ਉਹ ਰੋਟੀ ਦੇ ਨਾਲ ਕੜੀ ਦਾ ਕੰਮ ਕਰਦੇ ਸੀ। ਨਾਓ ਐਡਿਡ ਐਜ਼ ਅ ਕੜੀ ਅਲੋਂਗ ਵਿਦ ਦਾ ਰੋਟੀ। ਤਾਂ ਰੋਟੀ ਸ਼ਬਦ ਬੱਚਿਓ ਤੁਹਾਨੂੰ ਪਤਾ ਹੈ ਸਾਡਾ ਇੰਡੀਅਨ ਵਰਡ ਹੀ ਹੈ। ਤਾਂ ਇੱਥੋਂ ਹੀ ਸਾਨੂੰ ਪਤਾ ਚੱਲਦਾ ਹੈ ਕਿ ਕਿਸੇ ਇੰਡੀਅਨ ਰਾਈਟਰ ਨੇ ਹੀ ਇਹ ਸਟੋਰੀ ਲਿਖੀ ਹੋ ਸਕਦੀ ਹੈ। ਤਾਂ ਮੁਨਸ਼ੀ ਪ੍ਰੇਮਚੰਦ ਜੀ ਤਾਂ ਇੰਡੀਅਨ ਰਾਈਟਰ ਹੀ ਨੇ। ਇੱਥੇ ਕਰੀ ਦਾ ਮਤਲਬ ਬੱਚਿਓ ਮਸਾਲੇਦਾਰ ਸਬਜ਼ੀ ਜਾਂ ਤਰਕਾਰੀ ਨੂੰ ਕਿਹਾ ਜਾ ਸਕਦਾ ਹੈ ਕਿ ਉਸਦੇ ਜਿਹੜੇ ਤਿੱਖੇ ਬੋਲ ਸੀ, ਤਿੱਖੀ ਜ਼ਬਾਨ ਸੀ, ਉਹ ਰੋਟੀ ਦੇ ਨਾਲ ਕੜੀ ਦਾ ਕੰਮ ਕਰਦੀ ਸੀ। ਕਿਹਦੇ ਲਈ? ਜੁਮਨ ਦੀ ਆਂਟੀ ਦੇ ਲਈ। ਇਹਦਾ ਮਤਲਬ ਇਹ ਹੋਇਆ ਕਿ ਜੁਮਨ ਦੀ ਆਂਟੀ ਨੂੰ ਬਹੁਤ ਹੀ ਤਿੱਖੇ ਬੋਲ ਉਸ ਦੀ ਵਾਈਫ ਕਰੀਮਨ ਬੋਲਦੀ ਸੀ। ਜੁਮਨ ਆਲਸੋ ਗਰੂ ਮੋਰ ਕਰੂਅਲ ਐਂਡ ਇਨਡਿਫਰੈਂਟ। ਤਾਂ ਜੁਮਨ ਵੀ ਹੁਣ ਜ਼ਿਆਦਾ ਜ਼ਾਲਿਮ ਬਣ ਗਿਆ ਸੀ। ਮੋਰ ਦਾ ਮਤਲਬ ਜ਼ਿਆਦਾ, ਕਰੂਅਲ ਦਾ ਮਤਲਬ ਜ਼ਾਲਿਮ, ਐਂਡ ਇਨਡਿਫਰੈਂਟ ਅਤੇ ਹੁਣ ਉਹ ਧਿਆਨ ਨਹੀਂ ਸੀ ਦੇ ਰਿਹਾ। ਪਹਿਲਾਂ ਦੇਖੋ ਉਹ ਪੂਰੀ ਅਟੈਂਸ਼ਨ ਦੇ ਰਿਹਾ ਸੀ, ਲੇਕਿਨ ਹੁਣ ਉਹ ਇਨਡਿਫਰੈਂਟ ਹੋ ਗਿਆ ਸੀ। ਹੁਣ ਉਸ ਦੇ ਵੱਲ ਕੋਈ ਧਿਆਨ ਨਹੀਂ ਸੀ ਦੇ ਰਿਹਾ। The poor aunt had to listen to a lot of unhappy talk every day। ਹੁਣ ਇਹ ਜਿਹੜੀ ਵਿਚਾਰੀ ਬੁੱਢੀ ਔਰਤ ਸੀ, ਆਂਟੀ ਸੀ, ਇਸ ਨੂੰ ਸੁਣਨੀਆਂ ਪੈਂਦੀਆਂ ਸੀ ਬਹੁਤ ਹੀ ਭੈੜੀਆਂ ਗੱਲਾਂ ਐਵਰੀਡੇ ਰੋਜ਼। ਵੀ ਟਾਕ ਦਾ ਮਤਲਬ ਭੈੜੀਆਂ ਗੱਲਾਂ। ਹੁਣ ਇਹ ਗੱਲਾਂ ਕਿਹੜੀਆਂ ਸੀ ਇਹ ਦੱਸੀਆਂ ਗਈਆਂ ਨੇ ਜੀ, ਇਹ ਕੋਟ 'ਚ ਪਾਈਆਂ ਗਈਆਂ ਨੇ। ਕਾਫੀ ਜ਼ਿਆਦਾ ਗੱਲਾਂ ਨੇ ਜੋ ਕਿ ਪੂਰੇ ਪੈਰੇ 'ਚ ਹੀ ਚੱਲਦੀਆਂ ਨੇ। ਤਾਂ ਇਹ ਗੱਲਾਂ ਸੀ ਜੀ ਕਿ ਗੋਡ ਨੋਜ਼ ਹਾਊ ਲੌਂਗ ਦਾ ਓਲਡ ਵੂਮਨ ਵਿਲ ਲਿਵ। ਪਤਾ ਨਹੀਂ ਇਹ ਬੁੱਢੀ ਔਰਤ ਕਦ ਮਰੂ, ਜਿਵੇਂ ਪੰਜਾਬੀ 'ਚ ਕਹਿਤਾ ਜਾਂਦਾ ਹੈ ਕਿ ਪਤਾ ਨਹੀਂ ਇਹ ਬੁੱਢੀ ਕਦ ਤੁਰੂ ਦੁਨੀਆ 'ਚੋਂ। ਸ਼ੀ ਇਮੇਜਿਨਸ ਦੈਟ ਬਾਈ ਗਿਵਿੰਗ ਅਸ 3 ਬਿਗਾਸ ਆਫ ਲੈਂਡ ਸ਼ੀ ਹੈਜ਼ ਬੋਟ ਅਸ। ਦੂਜੀ ਗੱਲ ਉਹਨੂੰ ਇਹ ਸੁਣਨ ਨੂੰ ਮਿਲਦੀ ਸੀ ਕਿ ਇਹਨੂੰ ਐਂ ਲੱਗਦਾ ਹੈ ਕਿ ਸਾਨੂੰ 3 ਬਿੱਗੇ ਜ਼ਮੀਨ ਦੇ ਕੇ ਇਸ ਨੇ ਸਾਨੂੰ ਖਰੀਦ ਲਿਆ। ਸ਼ੀ ਹੈਜ਼ ਬੋਟ ਅਸ। ਇਹਨੂੰ ਇਹ ਲੱਗਦਾ ਹੈ ਕਿ ਸਾਨੂੰ 3 ਬਿੱਗੇ ਦੇ ਕੇ ਇਸ ਨੇ ਸਾਨੂੰ ਖਰੀਦ ਲਿਆ। ਤਾਂ ਇੱਥੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਜਿਹੜੀ ਆ ਲਿਟਲ ਪ੍ਰੋਪਰਟੀ ਕਹੀ ਗਈ ਸੀ ਪਹਿਲਾਂ ਪੈਰੇ ਦੇ ਵਿੱਚ, ਉਹ ਕਿੰਨੀ ਸੀ ਜੀ? 3 ਬਿੱਗੇ ਸੀਗੇ ਉਸ ਕੋਲੇ। ਤਾਂ ਇਹ ਵੀ ਇੱਕ ਮਲਟੀਪਲ ਚੋਇਸ ਕੁਐਸਚਨ ਬੱਚਿਓ ਬਣਦਾ ਹੈ। ਸ਼ੀ ਇਜ਼ ਅਨੇਬਲ ਟੂ ਚਿਊ ਹਰ ਰੋਟੀ ਅਨਲੈਸ ਦੇਅਰ ਇਜ਼ ਘੀ ਇਨ ਹਰ ਦਾਲ। ਤੀਸਰੀ ਗੱਲ ਉਸ ਨੂੰ ਇਹ ਸੁਣਨ ਨੂੰ ਮਿਲਦੀ ਸੀ ਕਿ ਇਹ ਆਪਣੀ ਰੋਟੀ ਉਦੋਂ ਤੱਕ ਨਹੀਂ ਖਾ ਸਕਦੀ, ਉਦੋਂ ਤੱਕ ਨਹੀਂ ਚਬਾ ਸਕਦੀ ਜਦੋਂ ਤੱਕ ਇਹਨੂੰ ਦਾਲ ਦੇ ਵਿੱਚ ਘੀ ਪਾ ਕੇ ਨਾ ਦਿੱਤਾ ਜਾਵੇ। ਚਿਊ ਦਾ ਮਤਲਬ ਇੱਥੇ ਬੱਚਿਓ ਚਬਾਣਾ ਹੁੰਦਾ ਹੈ। With the amount of money spent on feeding her, we could have bought the whole village। ਚੌਥੀ ਗੱਲ ਉਸ ਨੂੰ ਇਹ ਸੁਣਨ ਨੂੰ ਰੋਜ਼ ਮਿਲਦੀ ਸੀ ਕਿ ਜਿੰਨਾ ਪੈਸਾ ਸਾਨੂੰ ਇਸ ਨੂੰ ਖਵਾਉਣ ਨੂੰ ਲੱਗ ਰਿਹਾ ਹੈ, ਇਸ ਬੁੱਢੀ ਨੂੰ ਖਵਾਉਣ ਨੂੰ ਲੱਗ ਰਿਹਾ ਹੈ, ਫੀਡਿੰਗ ਹਰ, ਅਸੀਂ ਉਹ ਪੈਸੇ ਨਾਲ ਪੂਰਾ ਪਿੰਡ ਹੀ ਖਰੀਦ ਲੈਂਦੇ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜੁਮਨ ਦੀ ਆਂਟੀ ਨੂੰ ਹੁਣ ਰੋਜ਼ ਸੁਣਨ ਨੂੰ ਮਿਲਦੀਆਂ ਸੀ, ਕਿਉਂਕਿ ਉਸਨੇ ਆਪਣੀ ਜੋ ਨਾਮ ਦੀ 3 ਬਿੱਗੇ ਵਾਲੀ ਜ਼ਮੀਨ ਦੀ ਰਜਿਸਟਰੀ ਸੀ ਉਹ ਜੁਮਨ ਦੇ ਨਾਮ ਕਰਵਾਤੀ ਸੀ। ਤਾਂ ਸਟੂਡੈਂਟਸ ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਿਹੜੀਆਂ ਕੋਟਸ ਦੇ ਵਿੱਚ ਇਹ ਗੱਲਾਂ ਆਈਆਂ ਨੇ, ਇਹ ਗੱਲਾਂ ਕਿਹਨੇ ਕਹੀਆਂ ਨੇ? ਇਹ ਗੱਲਾਂ ਜੁਮਨ ਨੇ ਕਹੀਆਂ ਨੇ? ਨਹੀਂ, ਇਹ ਉਸਦੀ ਵਾਈਫ ਨੇ ਕਹੀਆਂ ਨੇ, ਕਰੀਮਨ ਨੇ। ਪਹਿਲਾਂ ਹੀ ਇਹ ਦੱਸਿਆ ਜਾ ਚੁੱਕਿਆ ਹੈ ਕਿ ਕਰੀਮਨ ਬਹੁਤ ਹੀ ਤਿੱਖੀ ਜ਼ਬਾਨ ਵਾਲੀ ਔਰਤ ਸੀ। ਤਾਂ ਉਹਦੀਆਂ ਜਿਹੜੀਆਂ ਤਿੱਖੀ ਜ਼ਬਾਨ ਵਾਲੀਆਂ ਗੱਲਾਂ ਨੇ ਉਹ ਆਹ ਵਾਲੀਆਂ ਗੱਲਾਂ ਨੇ ਜੋ ਉਹ ਬੋਲਦੀ ਸੀ। ਤਾਂ ਬੱਚਿਓ ਇੱਕ ਇੱਥੇ ਕੁਐਸਚਨ ਤੁਹਾਡਾ ਸੈਕਿੰਡ ਕੁਐਸਚਨ ਜੋ ਸ਼ਾਰਟ ਆਨਸਰ ਟਾਈਪ ਦੇ ਵਿੱਚ ਬਣਦਾ ਹੈ, ਜੁਮਨ ਦੀ ਆਂਟੀ ਨੂੰ ਕੀ ਪ੍ਰੋਬਲਮ ਸੀ? ਤਾਂ ਉਸ ਦਾ ਆਨਸਰ ਇਹਨਾਂ ਲਾਈਨਾਂ ਦੇ ਵਿੱਚੋਂ ਅਸੀਂ ਕਵਰ ਕਰਾਂਗੇ। The aunt tolerated this kind of talk as long as she could। ਹੁਣ ਜੁਮਨ ਦੀ ਆਂਟੀ ਨੇ ਇਹ ਸਾਰੀਆਂ ਗੱਲਾਂ ਟੋਲਰੇਟ ਕੀਤੀਆਂ। ਟੋਲਰੇਟ ਦਾ ਮਤਲਬ ਹੁੰਦਾ ਬੱਚਿਓ ਬਰਦਾਸ਼ਤ ਕਰਨਾ, ਜਿੰਨਾ ਕਿ ਉਹ ਕਰ ਸਕਦੀ ਸੀ। ਦੇਖੋ ਇੱਕ ਹਰ ਇਨਸਾਨ ਦੀ ਸੀਮਾ ਹੁੰਦੀ ਹੈ ਟੋਲਰੇਟ ਕਰਨ ਦੀ, ਤਾਂ ਜਿੰਨਾ ਉਹ ਬਰਦਾਸ਼ਤ ਕਰ ਸਕਦੀ ਸੀ ਉਹਨਾਂ ਉਸਨੇ ਕੀਤਾ। ਦੈਨ ਸ਼ੀ ਕੰਪਲੇਨ ਟੂ ਜੁਮਨ। ਫਿਰ ਉਸਨੇ ਜੁਮਨ ਦੇ ਅੱਗੇ ਸ਼ਿਕਾਇਤ ਕੀਤੀ। ਕੰਪਲੇਨ ਦਾ ਮਤਲਬ ਸ਼ਿਕਾਇਤ ਕਰਨਾ। ਬਟ ਜੁਮਨ ਫੈਲਟ it would be unwise to interfere in the functioning of the officer on duty, the mistress of the house। ਪਰ ਜੁਮਨ ਨੇ ਸੋਚਿਆ ਕਿ ਇਹ ਸਹੀ ਨਹੀਂ ਹੋਏਗਾ ਕਿ ਮੈਂ ਇੰਟਰਫੇਅਰ ਕਰਾਂ, ਕਿ ਮੈਂ ਦਖਲਅੰਦਾਜ਼ੀ ਕਰਾਂ ਕਿਹਦੇ 'ਚ? ਕਿ ਜਿਹੜੀ ਘਰ ਦੀ ਮਿਸਟਰਸ ਹੈ, ਘਰ ਦੀ ਮਾਲਕਨ ਹੈ, ਜੋ ਕਿ ਆਫਿਸਰ ਔਨ ਡਿਊਟੀ ਹੈ, ਉਸ ਦੇ ਕੰਮਕਾਜ 'ਚ। ਤਾਂ ਬੱਚਿਓ ਇੱਥੇ ਜੁਮਨ ਆਪਣੀ ਵਾਈਫ ਕਰੀਮਨ ਨੂੰ ਆਫਿਸਰ ਔਨ ਡਿਊਟੀ ਕਹਿ ਰਿਹਾ ਹੈ ਅਤੇ ਉਹ ਸਮਝ ਰਿਹਾ ਹੈ ਕਿ ਜੋ ਉਹ ਕੰਮ ਕਰ ਰਹੀ ਹੈ ਮੇਰੀ ਆਂਟੀ ਦੇ ਨਾਲ ਉਹ ਠੀਕ ਕਰ ਰਹੀ ਹੈ ਤੇ ਠੀਕ ਗੱਲ ਨਹੀਂ ਜੇ ਮੈਂ ਉਸਦੇ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਕਰਾਂ। ਇੱਥੇ ਇੰਟਰਫੇਅਰ ਦਾ ਮਤਲਬ ਹੁੰਦਾ ਬੱਚਿਓ ਦਖਲਅੰਦਾਜ਼ੀ ਕਰਨਾ। ਤਾਂ ਇੱਕ ਮਲਟੀਪਲ ਚੁਆਇਸ ਕੁਐਸਚਨ ਬੱਚਿਓ ਇੱਥੇ ਬਣਦਾ ਹੈ ਕਿ ਜੁਮਨ ਦੇ ਅਨੁਸਾਰ ਆਫਿਸਰ ਔਨ ਡਿਊਟੀ ਕੌਣ ਹੈ? ਤਾਂ ਆਨਸਰ ਕਰੀਮਨ ਆਏਗਾ, ਕਿਉਂਕਿ ਉਹ ਆਪਣੀ ਵਾਈਫ ਨੂੰ ਹੀ ਆਫਿਸਰ ਔਨ ਡਿਊਟੀ ਕਹਿ ਰਹੀ ਹੈ, ਜੋ ਕਿ ਉਸਦੀ ਘਰ ਦੀ ਮਾਲਕਨ ਵੀ ਹੈ। ਸਮਹਾਉ ਥਿੰਗਸ ਕੈਰੀਡ ਔਨ ਲਾਈਕ ਦਿਸ ਫॉर ਅ ਫਿਊ ਮੋਰ ਡੇਜ਼। ਤਾਂ ਕਿਸੇ ਤਰੀਕੇ ਨਾਲ ਇਹ ਜਿਹੜੀਆਂ ਗੱਲਾਂ ਸੀ ਇਹ ਚੱਲਦੀਆਂ ਰਹੀਆਂ ਕੁਝ ਹੋਰ ਦਿਨ ਦੇ ਲਈ। ਕਿਹੜੀਆਂ ਗੱਲਾਂ? ਆਹੀ ਗੱਲਾਂ ਜੋ ਆਪਾਂ ਉੱਪਰ ਪੜ੍ਹੀਆਂ, ਜੋ ਉਸ ਨੂੰ ਤਾਨੇ ਸੁਣਨ ਨੂੰ ਮਿਲਦੇ ਸੀ, ਇਹ ਗੱਲਾਂ ਚੱਲਦੀਆਂ ਰਹੀਆਂ। ਐਟ ਲਾਸਟ ਵਨ ਡੇ ਦਾ ਆਂਟ ਸੈਡ ਟੂ ਜੁਮਨ। ਪਰੰਤੂ ਆਖਿਰ ਇੱਕ ਦਿਨ ਆਂਟੀ ਨੇ ਜੁਮਨ ਨੂੰ ਕਹਿਤਾ, ਆਈ ਡੋਂਟ ਥਿੰਕ ਆਈ ਕੈਨ ਲਿਵ ਵਿਦ ਯੂ ਐਨੀ ਲੋਂਗਰ। ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਤੇਰੇ ਨਾਲ ਸਦਾ ਲਈ ਰਹਿ ਸਕਦੀ ਹਾਂ। ਐਨੀ ਲੋਂਗਰ
ਮੈਂ ਹੋਰ ਜ਼ਿਆਦਾ ਤੇਰੇ ਨਾਲ ਰਹਿ ਸਕਦੀ ਹਾਂ। ਜਸਟ ਗਿਵ ਮੀ ਅ ਫਿਊ ਰੁਪੀਜ਼ ਐਂਡ ਆਈ ਵਿਲ ਕੁੱਕ ਮਾਈ ਓਨ ਫੂਡ। ਸਿਰਫ ਤੂੰ ਮੈਨੂੰ ਥੋੜੇ ਜਿਹੇ ਪੈਸੇ ਦੇ ਦੇ। ਅ ਫਿਊ ਰੁਪੀਜ਼, ਅ ਫਿਊ ਇੱਥੇ ਡਿਟਰਮੀਨ ਲੱਗਿਆ ਹੋਇਆ ਹੈ ਕਿ ਕੁਝ ਪੈਸੇ ਤੂੰ ਮੈਨੂੰ ਦੇ ਦੇ ਤਾਂ ਕਿ ਮੈਂ ਆਪਣਾ ਖਾਣਾ ਆਪ ਬਣਾ ਸਕਾਂ, ਕਿਉਂਕਿ ਮੈਨੂੰ ਖਾਣਾ ਵੀ ਖਾਣ ਨੂੰ ਪ੍ਰੋਪਰ ਨਹੀਂ ਮਿਲ ਰਿਹਾ। ਜੁਮਨ ਆਨਸਰਡ ਰਿਊਡਲੀ। ਤਾਂ ਜੁਮਨ ਨੇ ਬਹੁਤ ਹੀ ਭੈੜੇ ਤਰੀਕੇ ਨਾਲ ਆਨਸਰ ਦਿੱਤਾ। ਰਿਊਡਲੀ ਦਾ ਮਤਲਬ ਹੁੰਦਾ ਰਿਊਡ ਹੋ ਕੇ ਬਹੁਤ ਹੀ ਮਾੜੇ ਸ਼ਬਦਾਂ 'ਚ ਆਨਸਰ ਦਿੱਤਾ। ਡਜ਼ ਮਨੀ ਗਰੋ ਔਨ ਟਰੀਜ਼ ਹੀਅਰ। ਕੀ ਇੱਥੇ ਪੈਸੇ ਝਾੜਾਂ ਨੂੰ ਲੱਗਦੇ ਨੇ, ਦਰਖਤਾਂ 'ਤੇ ਲਟਕਦੇ ਨੇ? ਜਿਵੇਂ ਪੰਜਾਬੀ 'ਚ ਕਿਹਾ ਜਾਂਦਾ ਉਵੇਂ ਜੁਮਨ ਨੇ ਕਹਿਤਾ ਕਿ ਦਰਖਤਾਂ 'ਤੇ ਪੈਸੇ ਲੱਗਦੇ ਨੇ। ਦਾ ਆਂਟ ਪੁਆਇੰਟਡ ਆਊਟ ਪੋਲਾਈਟਲੀ। ਪਰੰਤੂ ਆਂਟ ਨੇ ਦੇਖੋ ਪੋਲਾਈਟਲੀ, ਨਿਮਰਤਾ ਨਾਲ ਫਿਰ ਵੀ ਉਸ ਨੂੰ ਪੁਆਇੰਟ ਕੀਤਾ, ਇਸ਼ਾਰਾ ਕੀਤਾ। ਮਾਈ ਨੀਡਸ ਆਰ ਵੈਰੀ ਲਿਟਲ, ਕਿ ਮੇਰੀਆਂ ਜ਼ਰੂਰਤਾਂ ਬਹੁਤ ਹੀ ਥੋੜ੍ਹੀਆਂ ਨੇ। ਬਟ ਆਈ ਮਸਟ ਮੇਕ ਮਾਈ ਐਂਡਸ ਮੀਟ ਆਲ ਦਾ ਸੇਮ। ਪਰੰਤੂ ਮੈਨੂੰ ਆਪਣਾ ਗੁਜ਼ਾਰਾ ਬਸਰ ਕਰਨ ਦੇ ਲਈ ਕੁਝ ਪੈਸੇ ਦੀ ਜ਼ਰੂਰਤ ਹੈ। ਇੱਥੇ ਬੱਚਿਓ ਇੱਕ ਇਡੀਅਮ ਆਇਆ ਹੈ, ਮੇਕ ਐਂਡਸ ਮੀਟ। ਮੇਕ ਐਂਡਸ ਮੀਟ ਬੱਚਿਓ ਇੱਕ ਇਡੀਅਮ ਹੈ, ਮੁਹਾਵਰਾ ਹੈ। ਇਹਦਾ ਮਤਲਬ ਹੁੰਦਾ ਹੈ ਕਿ ਥੋੜ੍ਹੇ ਪੈਸੇ ਦੇ ਨਾਲ ਗੁਜ਼ਾਰਾ ਬਸਰ ਕਰਨਾ, ਉਸ ਨੂੰ ਕਿਹਾ ਜਾਂਦਾ ਹੈ ਮੇਕ ਐਂਡਸ ਮੀਟ। ਇੱਥੇ ਉਹੀ ਗੱਲ ਕਹਿ ਰਹੀ ਹੈ ਕਿ ਮੇਰੀਆਂ ਜ਼ਰੂਰਤਾਂ ਥੋੜ੍ਹੀਆਂ ਨੇ, ਪਰੰਤੂ ਉਹਨਾਂ ਥੋੜ੍ਹੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਮੈਨੂੰ ਥੋੜ੍ਹੇ ਪੈਸੇ ਦੀ ਜ਼ਰੂਰਤ ਹੈ, ਮੈਨੂੰ ਤੂੰ ਉਹ ਪੈਸੇ ਦੇ। ਜੁਮਨ ਆਨਸਰਡ ਵਿਦ ਗ੍ਰੇਟ ਸੀਰੀਅਸਨੈਸ। ਹੁਣ ਜੁਮਨ ਨੇ ਬੜਾ ਸੀਰੀਅਸ ਹੋ ਕੇ, ਬੜੀ ਗੰਭੀਰਤਾ ਨਾਲ ਆਨਸਰ ਦਿੱਤਾ। ਆਈ ਹੈਡ ਨੋ ਆਈਡੀਆ ਦੈਟ ਯੂ ਆਰ ਡਿਟਰਮਿਨਡ ਟੂ ਲਿਵ ਫੋਰ ਐਵਰ। ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੂੰ ਇਹ ਸੋਚੀ ਬੈਠੀ ਹੈ ਕਿ ਮੈਂ ਸਦਾ ਲਈ ਜੀਊਂਗੀ। ਦੈਟ ਯੂ ਆਰ ਡਿਟਰਮਿਨਡ ਟੂ ਲਿਵ ਫੋਰ ਐਵਰ, ਕਿ ਤੂੰ ਤਾਂ ਕਦੇ ਮਰੇਂਗੀ ਨਹੀਂ, ਮੈਨੂੰ ਤਾਂ ਇਹਦਾ ਗੱਲ ਦਾ ਪਤਾ ਹੀ ਨਹੀਂ ਸੀ। ਇਹ ਆਨਸਰ ਦੇਖੋ ਜੁਮਨ ਕਹਿ ਰਹੀ ਹੈ। ਦੀ ਆਂਟ ਵਾਜ਼ ਅਪਸੈਟ। ਹੁਣ ਉਹਦੇ ਆਨਸਰ ਦੇ ਨਾਲ ਜਿਹੜੀ ਉਸਦੀ ਆਂਟੀ ਆ ਉਹ ਹੁਣ ਅਪਸੈਟ ਹੋ ਗਈ। ਅਪਸੈਟ ਦਾ ਮਤਲਬ ਉਹ ਦੁਖੀ ਹੋ ਗਈ। ਸ਼ੀ ਥ੍ਰੈਟਨਡ ਟੂ ਗੋ ਟੂ ਦਾ ਵਿਲੇਜ ਪੰਚਾਇਤ। ਤਾਂ ਉਸਨੇ ਉਸ ਨੂੰ ਧਮਕੀ ਦਿੱਤੀ ਕਿ ਮੈਂ ਪਿੰਡ ਦੀ ਪੰਚਾਇਤ ਕੋਲ ਜਾਊਂਗੀ। ਥ੍ਰੈਟਨ ਦਾ ਮਤਲਬ ਹੁੰਦਾ ਬੱਚੇ ਉਹ ਧਮਕੀ ਦੇਣਾ। ਜੁਮਨ ਲਾਫ ਟੂ ਹਿਮਸੈਲਫ ਲਾਈਕ ਅ ਹੰਟਰ ਡਜ਼। ਤਾਂ ਜੁਮਨ ਆਪਣੇ ਆਪ ਤੇ ਹੱਸਦਾ ਜਿਵੇਂ ਕਿ ਇੱਕ ਸ਼ਿਕਾਰੀ ਹੱਸਦਾ ਹੁੰਦਾ ਹੈ। ਹੰਟਰ ਦਾ ਮਤਲਬ ਇੱਥੇ ਸ਼ਿਕਾਰੀ ਨੂੰ ਕਿਹਾ ਜਾਂਦਾ ਹੈ। ਵੈਨ ਹੀ ਵਾਚਿਜ਼ ਹਿਸ ਪ੍ਰੇ ਵਾਕ ਟੂਵਰਡਸ ਦਾ ਟ੍ਰੈਪ। ਤਾਂ ਸ਼ਿਕਾਰੀ ਕਦੋਂ ਹੱਸਦਾ ਹੁੰਦਾ? ਜਦੋਂ ਉਹ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਆਪਣੇ ਟ੍ਰੈਪ ਦੇ ਵਿੱਚ ਆਉਂਦਾ ਦੇਖਦਾ ਹੈ। ਇੱਥੇ ਹੀ ਦਾ ਮਤਲਬ ਉਸ ਸ਼ਿਕਾਰੀ ਦੀ ਗੱਲ ਹੋ ਰਹੀ ਹੈ ਜੋ ਕਿ ਆਪਣੇ ਪ੍ਰੇ ਦਾ ਮਤਲਬ ਸ਼ਿਕਾਰ, ਜੋ ਕਿ ਆਪਣੇ ਸ਼ਿਕਾਰ ਨੂੰ ਆਪਣੇ ਟ੍ਰੈਪ, ਆਪਣੇ ਸ਼ਿਕੰਜੇ ਦੇ ਵਿੱਚ ਆਉਂਦੇ ਹੋਏ ਦੇਖਦਾ ਹੈ ਕਿ ਹੁਣ ਫਸੂਗਾ। ਤਾਂ ਉਹਨੂੰ ਲੱਗਦਾ ਹੈ ਕਿ ਹੁਣ ਮੇਰੇ ਟ੍ਰੈਪ 'ਚ ਮੇਰੀ ਆਂਟੀ ਫਸ ਗਈ। ਯੈਸ ਗੋ ਟੂ ਦਾ ਪੰਚਾਇਤ। ਕਹਿੰਦੇ ਹਾਂ ਤੂੰ ਪੰਚਾਇਤ ਵੱਲ ਜਾ। ਦਾ ਮੈਟਰ ਮਸਟ ਬੀ ਸੈਟਲਡ। ਕਹਿੰਦੇ ਜਿਹੜਾ ਮਾਮਲਾ ਹੈ ਇਸ ਨੂੰ ਸੈਟਲ ਹੋਣਾ ਚਾਹੀਦਾ ਹੈ, ਮਾਮਲਾ ਠੀਕ ਹੋਣਾ ਚਾਹੀਦਾ ਹੈ। ਆਈ ਟੂ ਡੋਂਟ ਲਾਈਕ ਦੀਜ਼ ਡੇਲੀ ਆਰਗੂਮੈਂਟਸ। ਕਹਿੰਦੇ ਮੈਨੂੰ ਵੀ ਇਹ ਰੋਜ਼ ਦੇ ਝਗੜੇ ਜਿਹੜੇ ਨੇ ਇਹ ਵਧੀਆ ਨਹੀਂ ਲੱਗਦੇ, ਰੋਜ਼ ਦੇ ਬੋਲ ਬੁਲਾਰੇ ਮੈਨੂੰ ਚੰਗੇ ਨਹੀਂ ਲੱਗਦੇ। ਵੀ ਵਧੀਆ ਗੱਲ ਹੈ ਕਿ ਤੂੰ ਪੰਚਾਇਤ ਜਾ, ਇਹ ਪੰਚਾਇਤ ਦੇ ਵਿੱਚ ਮੈਟਰ ਸੈਟਲ ਹੋਣਾ ਚਾਹੀਦਾ। ਤਾਂ ਬੱਚਿਓ ਇੱਥੇ ਇੱਕ ਕੁਐਸਚਨ ਸਾਡਾ ਹੋਰ ਸ਼ਾਰਟ ਆਨਸਰ ਟਾਈਪ ਬਣਦਾ ਹੈ ਕਿ ਜੁਮਨ ਕਿਉਂ ਹੱਸਦਾ ਹੈ ਜਦੋਂ ਉਸ ਦੀ ਆਂਟੀ ਉਸ ਨੂੰ ਪੰਚਾਇਤ ਵਿੱਚ ਜਾਣ ਦੀ ਧਮਕੀ ਦਿੰਦੀ ਹੈ। ਤਾਂ ਅਸੀਂ ਉਸ ਦਾ ਆਨਸਰ ਇਹ ਵਾਲੀਆਂ ਲਾਈਨਸ ਦੇ ਵਿੱਚੋਂ ਹੀ ਲਵਾਂਗੇ। ਸਟੂਡੈਂਟਸ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਸੀਂ ਆਲਰੇਡੀ +1 ਕਲਾਸ ਇੰਗਲਿਸ਼ ਕੰਪਲਸਰੀ ਦੇ ਬਹੁਤ ਸਾਰੇ ਚੈਪਟਰਸ ਕਵਰ ਕਰ ਚੁੱਕੇ ਹਾਂ। ਸਾਡੀ ਬੁੱਕ ਦੇ ਸੈਕਸ਼ਨ ਏ ਦੇ ਬਹੁਤ ਸਾਰੇ ਐਸੇ, ਜਿਵੇਂ ਕਿ ਪਹਿਲਾ ਐਸੇ ਜੈਂਡਰ ਬਾਇਸ, ਸੈਕਿੰਡ ਦਾ ਪੋਰਟਰੇਟ ਆਫ ਅ ਲੇਡੀ, ਫੋਰਥ ਲਿਬਰਟੀ ਐਂਡ ਡਿਸਿਪਲਿਨ, ਫਿਫਥ ਅ ਪ੍ਰੈਜ਼ੀਡੈਂਟ ਸਪੀਕਸ, ਸਿਕਸਥ ਦਾ ਅਰਥ ਇਜ਼ ਨੋਟ ਆਰਸ, ਸੈਵਨਥ ਲੈਟਸ ਨੋਟ ਫੋਰਗੇਟ ਦਾ ਮਾਰਟਰਸ ਅਤੇ 8th ਐਸੇ ਵਾਟਰ ਆ ਟਰੂ ਐਲੈਕਸਰ ਅਸੀਂ ਕਵਰ ਕਰ ਚੁੱਕੇ ਹਾਂ। ਇਸੇ ਤਰ੍ਹਾਂ ਸੈਕਸ਼ਨ ਬੀ ਦੀਆਂ ਬਹੁਤ ਸਾਰੀਆਂ ਪੋਇਮਸ, ਜਿਵੇਂ ਕਿ ਪਹਿਲੀ ਪੋਇਮ ਲਾਈਨਸ ਰਿਟਨ ਇਨ ਅਰਲੀ ਸਪ੍ਰਿੰਗ, ਸੈਕਿੰਡ ਆ ਮਦਰਸ ਡੇ, ਥਰਡ ਟੈਲੀਵਿਜ਼ਨ, ਫੋਰਥ ਉਪਾਗੁਪਤ, ਫਿਫਥ ਕਨਫੈਸ਼ਨਸ ਆਫ ਆ ਬੋਰਨ ਸਪੈਕਟੇਟਰ ਅਤੇ 6th ਪੋਇਮ ਦਾ ਲਿਟਲ ਬਲੈਕ ਬॉय ਅਸੀਂ ਕਵਰ ਕਰ ਚੁੱਕੇ ਹਾਂ। ਸੈਕਸ਼ਨ ਸੀ ਦੇ ਵੀ ਬਹੁਤ ਸਾਰੇ ਚੈਪਟਰਸ ਜੋ ਕਿ ਸਟੋਰੀਜ਼ ਹਨ, ਜਿਵੇਂ ਕਿ ਪਹਿਲੀ ਸਟੋਰੀ ਐਨ ਐਸਟ੍ਰੋਲੋਜਰਸ ਡੇ, ਦਾ ਟਾਈਗਰ ਇਨ ਦਾ ਟਨਲ ਸੈਕਿੰਡ ਸਟੋਰੀ ਹੈ, ਥਰਡ ਸਟੋਰੀ ਸਪੈਰੋਜ਼ ਅਤੇ ਫੋਰਥ ਸਟੋਰੀ ਦਾ ਮਾਡਲ ਮਿਲੀਨੀਅਰ ਅਸੀਂ ਕਵਰ ਕਰ ਚੁੱਕੇ ਹਾਂ। ਸਾਡੀ ਫਿਫਥ ਸਟੋਰੀ ਦਾ ਪੰਚ ਪਰਮੇਸ਼ਵਰ ਦੀ ਸਟੱਡੀ ਅਸੀਂ ਜਾਰੀ ਕੀਤੀ ਹੋਈ ਹੈ। ਤਾਂ ਬੱਚਿਓ ਮੈਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਇਹਨਾਂ ਦੇ ਹਰ ਤਰ੍ਹਾਂ ਦੇ ਕੁਐਸਚਨ ਆਨਸਰਸ ਅਤੇ ਐਕਸਰਸਾਈਜ਼ ਸੋਲੂਸ਼ਨਸ ਦੇ ਵੀਡੀਓ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਜੇਕਰ ਤੁਸੀਂ ਇਹ ਸਾਰੇ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +1 ਕਲਾਸ ਇੰਗਲਿਸ਼ ਕੰਪਲਸਰੀ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਜੁਮਨ ਹੈਡ ਨੋ ਡਾਊਟ ਹੂ ਵਾਜ਼ ਗੋਇੰਗ ਟੂ ਵਿਨ ਐਟ ਦਾ ਪੰਚਾਇਤ ਮੀਟਿੰਗ। ਹੁਣ ਜੁਮਨ ਨੂੰ ਕੋਈ ਸ਼ੱਕ ਨਹੀਂ ਸੀ ਕਿ ਪੰਚਾਇਤ ਮੀਟਿੰਗ ਦੇ ਵਿੱਚ ਕੌਣ ਜਿੱਤਣ ਵਾਲਾ ਸੀ। ਹੂ ਵਾਜ਼ ਗੋਇੰਗ ਟੂ ਵਿਨ। ਆਫਟਰ ਆਲ who was there in all the nearby villages who was not obliged to Juman in many ways। ਹੁਣ ਇਸ ਤਰ੍ਹਾਂ ਉਸ ਨੂੰ ਇਹ ਕਿਉਂ ਲੱਗਦਾ ਸੀ? ਕਿਉਂਕਿ ਅਖੀਰ 'ਚ ਆਫਟਰ ਆਲ ਅਖੀਰ 'ਚ ਕਿਹੜਾ ਹੈ ਨੇੜੇ ਦੇ ਪਿੰਡਾਂ ਦੇ ਵਿੱਚ ਜੋ ਕਿ ਜੁਮਨ ਦਾ ਕਈ ਤਰੀਕਿਆਂ ਦੇ ਨਾਲ ਅਹਿਸਾਨਮੰਦ ਨਾ ਹੋਵੇ। ਇੱਥੇ ਇਹ ਕਹਿਣ ਦਾ ਮਤਲਬ ਹੈ ਕਿ ਆਲੇ ਦੁਆਲੇ ਦੇ ਸਾਰੇ ਪਿੰਡਾਂ ਦੇ ਵਿੱਚ ਜੁਮਨ ਦੀ ਬਣਦੀ ਸੀ। ਜੁਮਨ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਨ ਮੈਨੀ ਵੇਜ਼, ਬਹੁਤ ਸਾਰੇ ਤਰੀਕਿਆਂ ਦੇ ਨਾਲ
ਮਦਦ ਕੀਤੀ ਸੀ ਲੋਕਾਂ ਦੀ, ਤਾਂ ਉਸ ਨੂੰ ਐਂ ਲੱਗਦਾ ਸੀ ਕਿ ਪੰਚਾਇਤ ਤਾਂ ਸਾਰੀ ਜੁਮਨ ਦੇ ਨਾਲ ਹੈ, ਤਾਂ ਇਹ ਬੁੱਢੀ ਮੇਰਾ ਕੀ ਵਿਗਾੜ ਲੂਗੀ। ਇਨ ਦਾ ਡੇਜ਼ ਟੂ ਫੋਲੋ The old aunt, a stick in her hand, went around from village to village। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਉਹ ਬੁੱਢੀ ਔਰਤ ਹੈ, ਉਹ ਆਪਣੇ ਹੱਥ ਵਿੱਚ ਸੋਟੀ ਚੱਕੀ ਹੋਈ ਪਿੰਡ ਦੇ ਦਰ-ਦਰ ਤੇ ਫਿਰਦੀ ਰਹੀ। went around for village to village, ਸਾਰੇ ਪਿੰਡ 'ਚ ਫਿਰਦੀ ਰਹੀ। her back was bent like a bow, ਤਾਂ ਉਸਦੀ ਜਿਹੜੀ ਬੈਕ ਸੀ ਉਹ ਕਮਾਨ ਦੀ ਤਰ੍ਹਾਂ ਮੁੜ ਗਈ, ਕਿਉਂਕਿ ਉਹ ਬੁੱਢੀ ਸੀ, ਇਸ ਕਰਕੇ ਤੁਰਨਾ ਫਿਰਨਾ ਉਹਦੇ ਲਈ ਔਖਾ ਸੀ, ਤਾਂ ਇੱਕ ਤਰੀਕੇ ਦੇ ਨਾਲ ਉਹਨੂੰ ਕੁੱਬ ਪੈਣਾ ਮਹਿਸੂਸ ਹੋਇਆ ਆਪਣੀ ਪਿੱਠ 'ਚ। every step she took was painful, ਜਿਹੜਾ ਵੀ ਉਸਨੇ ਕਦਮ ਚੱਕਿਆ ਉਹ ਪੇਨਫੁਲ ਸੀ, ਦਰਦ ਕਰਨ ਵਾਲਾ ਸੀ। ਬਟ ਆ ਪ੍ਰੋਬਲਮ ਹੈਡ ਕਮ ਅਪ, ਪਰੰਤੂ ਇੱਕ ਮੁਸੀਬਤ ਉਸ ਦੇ ਸਾਹਮਣੇ ਆ ਚੁੱਕੀ ਸੀ। ਇਟ ਵਾਜ਼ ਨੈਸੈਸਰੀ ਟੂ ਸੋਲਵ ਇਟ, ਅਤੇ ਜ਼ਰੂਰੀ ਸੀ ਕਿ ਇਸ ਮੁਸੀਬਤ ਨੂੰ ਸੋਲਵ ਕੀਤਾ ਜਾਵੇ। ਤੇ ਮੁਸੀਬਤ ਕਿਹੜੀ ਸੀ ਜੀ? ਕਿਉਂਕਿ ਉਸਨੇ ਆਪਣੇ ਗੁਜ਼ਾਰੇ ਦੇ ਲਈ ਜੁਮਨ ਤੋਂ ਪੈਸੇ ਲੈਣੇ ਸੀ। The old woman poured out her lament to every good man who was willing to listen to her। ਹੁਣ ਉਸ ਬੁੱਢੀ ਔਰਤ ਨੇ ਆਪਣਾ ਦੁਖੜਾ ਹਰ ਇੱਕ ਚੰਗੇ ਬੰਦੇ ਕੋਲੇ ਰੋਇਆ ਜੋ ਕਿ ਉਸ ਨੂੰ ਸੁਣਨ ਨੂੰ ਤਿਆਰ ਸੀ। ਨਾ ਇੱਥੇ ਬੱਚਿਓ ਫਰੇਜ਼ਲ ਵਰਬ ਆਈ ਹੈ pour out। pour out ਦਾ ਮਤਲਬ ਵੈਸੇ ਕਿਸੇ ਤਰਲ ਪਦਾਰਥ ਨੂੰ ਕਿਸੇ ਭਾਂਡੇ ਤੋਂ ਦੂਜੇ ਭਾਂਡੇ ਦੇ ਵਿੱਚ ਉਡੇਲਣ ਨੂੰ ਕਿਹਾ ਜਾਂਦਾ ਹੈ, ਲੇਕਿਨ ਇੱਥੇ pour out ਦਾ ਮਤਲਬ ਹੈ ਦੁਖੜਾ ਸੁਣਾਉਣਾ, ਕਿ ਆਪਣੀਆਂ ਫੀਲਿੰਗਸ, ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨਾ, ਦਿਲ ਖੋਲ੍ਹ ਕੇ ਰੱਖਣਾ। ਅਤੇ ਉਸਨੇ ਕੀ ਦਿਲ ਖੋਲ੍ਹ ਕੇ ਰੱਖਿਆ ਜੀ? ਆਪਣਾ ਦੁਖੜਾ। ਲਮੈਂਟ ਦਾ ਮਤਲਬ ਹੁੰਦਾ ਆਪਣਾ ਦੁਖੜਾ, ਜਾਂ ਜੋ ਵੀ ਉਸ ਦੀ ਪ੍ਰੋਬਲਮ ਹੈ ਉਸ ਨੂੰ ਅਸੀਂ ਲਮੈਂਟ ਕਹਿੰਦੇ ਹਾਂ। ਸਮ ਟਰਾਈ ਟੂ ਕੰਸੋਲ ਹਰ ਐਂਡ ਪੁੱਟ ਹਰ ਆਫ, ਤਾਂ ਕੁਝ ਲੋਕਾਂ ਨੇ ਉਸ ਨੂੰ ਕੰਸੋਲ ਕੀਤਾ, ਉਸ ਨੂੰ ਹੌਸਲਾ ਦਿੱਤਾ, ਅਤੇ ਪੁੱਟ ਹਰ ਆਫ, ਅਤੇ ਉਸ ਨੂੰ ਇਹ ਕਹਿ ਕੇ ਐਡਵਾਈਸ ਕੀਤਾ ਕਿ ਕੋਈ ਗੱਲ ਨਹੀਂ, ਤੂੰ ਭੁੱਲ ਜਾ ਜੋ ਹੋ ਰਿਹਾ ਹੈ, ਹੋ ਜੂ ਠੀਕ। ਮਤਲਬ ਕੁਛ ਨਹੀਂ ਕੀਤਾ, ਜਸਟ ਉਸ ਨੂੰ ਕਿਹਾ ਕਿ ਤੂੰ ਇਹ ਕੰਮ ਨਾ ਕਰ, ਤੂੰ ਪੰਚਾਇਤ 'ਚ ਨਾ ਜਾ। ਇੱਥੇ ਪੁੱਟ ਸਮਬਡੀ ਆਫ ਵੀ ਇੱਕ ਈਡੀਅਮ ਹੈ। ਤਾਂ ਪੁੱਟ ਸਮਬਡੀ ਆਫ ਦਾ ਮਤਲਬ ਹੁੰਦਾ ਜਦੋਂ ਆਪਾਂ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਤੋਂ ਰੋਕਦੇ ਹਾਂ, ਉਹਨੂੰ ਕਿਹਾ ਜਾਂਦਾ ਹੈ। ਤਾਂ ਇੱਥੇ ਕੁਝ ਲੋਕਾਂ ਨੇ ਕੀ ਕੀਤਾ ਜੀ ਕਿ ਬੁੱਢੀ ਔਰਤ ਨੂੰ ਕਿਹਾ ਕਿ ਤੂੰ ਪੰਚਾਇਤ 'ਚ ਨਾ ਜਾ, ਕੋਈ ਨਾ ਹੋ ਜੂ ਠੀਕ ਮਸਲਾ। ਅਦਰਸ ਕਰਸ ਦਾ ਕਰੂਅਲ ਟਾਈਮਸ, ਕੁਝ ਲੋਕਾਂ ਨੇ ਜੋ ਉਸ ਸਮੇਂ ਦਾ ਚੱਕਰ ਚੱਲ ਰਿਹਾ ਸੀ ਉਸ ਨੂੰ ਮਾੜਾ ਚੰਗਾ ਕਿਹਾ ਕਿ ਭਾਈ ਸਮਾਂ ਹੀ ਮਾੜਾ ਚੱਲ ਰਿਹਾ, ਅੱਜ ਕੱਲ੍ਹ ਹਰ ਘਰ 'ਚ ਹੀ ਕੁਛ ਹੈ। ਤਾਂ ਇਹ ਕਹਿ ਕੇ ਉਸ ਨੂੰ ਬੁੱਢੀ ਨੂੰ ਸਾਂਤਵਨਾ ਦੇਣ ਦੀ ਕੋਸ਼ਿਸ਼ ਕੀਤੀ। ਦੇਰ ਵਰ ਵੈਰੀ ਫਿਊ ਹੂ ਵਰ ਲਾਅ ਅਬਾਈਡਿੰਗ, ਬਹੁਤ ਹੀ ਘੱਟ ਜਣੇ ਸੀ ਜੋ ਕਿ ਲਾਅ ਅਬਾਈਡਿੰਗ ਸੀ। ਤਾਂ ਲਾਅ ਅਬਾਈਡਿੰਗ ਦੇ ਉੱਪਰ ਬੱਚਿਓ 1 ਨੰਬਰ ਪਿਆ, ਨੀਚੇ 1 ਨੰਬਰ ਫੁੱਟਨੋਟ 'ਚ ਪਿਆ ਕਿ ਦੋਜ਼ ਹੂ ਰਿਸਪੈਕਟ ਲਾਅ, ਬਹੁਤ ਹੀ ਘੱਟ ਲੋਕ ਸੀ ਜਿਹੜੇ ਕਿ ਕਾਨੂੰਨ ਨੂੰ ਮੰਨਣ ਵਾਲੇ ਸੀ। ਇੱਥੇ ਮਤਲਬ ਇਹ ਹੈ। ਕਾਈਂਡ ਐਂਡ ਕੰਸੀਡਰੇਟ, ਬਹੁਤ ਹੀ ਘੱਟ ਲੋਕ ਸੀ ਜਿਹੜੇ ਕਿ ਦਿਆਲੂ ਸੀ ਅਤੇ ਕੌਨਸੀਡਰੇਟ ਸੀਗੇ। ਕੌਨਸੀਡਰੇਟ ਦਾ ਮਤਲਬ ਹੁੰਦਾ ਬੱਚਿਓ ਸੰਵੇਦਨਸ਼ੀਲ, ਕਿ ਕਿਸੇ ਬੰਦੇ ਦੀਆਂ ਭਾਵਨਾਵਾਂ ਨਾਲ ਜੋ ਹਮਦਰਦੀ ਰੱਖਦਾ ਉਸ ਨੂੰ ਆਪਾਂ ਕੌਨਸੀਡਰੇਟ ਪਰਸਨ ਕਹਿੰਦੇ ਹਾਂ। ਤਾਂ ਇੱਥੇ ਕੌਨਸੀਡਰੇਟ ਦਾ ਮਤਲਬ ਹੋ ਗਿਆ ਸੰਵੇਦਨਸ਼ੀਲ। ਬਹੁਤ ਘੱਟ ਬੰਦੇ ਸੀ ਇੱਦਾਂ ਦੇ। ਹੂ ਲਿਸਨਡ ਅਟੈਂਟਿਵਲੀ ਟੂ ਦਾ ਸੈਡ ਸਟੋਰੀ ਐਂਡ ਆਫਰਡ ਹਰ ਕੰਸੋਲੇਸ਼ਨ, ਬਹੁਤ ਹੀ ਘੱਟ ਲੋਕ ਸੀ ਜਿਨ੍ਹਾਂ ਨੇ ਕਿ ਉਸਦੀ ਦੁੱਖ ਭਰੀ ਕਹਾਣੀ ਨੂੰ ਧਿਆਨ ਨਾਲ ਸੁਣਿਆ ਅਟੈਂਟਿਵਲੀ, ਅਤੇ ਆਪਣੀ ਹਮਦਰਦੀ ਉਸ ਨੂੰ ਆਫਰ ਕੀਤੀ, ਉਸ ਨਾਲ ਆਪਣੀ ਹਮਦਰਦੀ ਪ੍ਰਗਟਾਈ। ਤਾਂ ਬੱਚਿਓ ਇੱਥੇ ਇੱਕ ਤੁਹਾਡਾ ਸ਼ਾਰਟ ਆਨਸਰ ਟਾਈਪ ਕੁਐਸਚਨ ਤੁਹਾਡੀ ਐਕਸਰਸਾਈਜ਼ ਦੇ ਵਿੱਚ ਕਵਰ ਹੁੰਦਾ ਹੈ ਕਿ ਪਿੰਡ ਦੇ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਬੁੱਢੀ ਔਰਤ ਦੀ ਜੋ ਪ੍ਰੋਬਲਮ ਸੀ ਉਸ ਨੂੰ ਸੁਣਿਆ। ਇਨ ਦੀ ਐਂਡ ਸ਼ੀ ਰੀਚਡ ਅਲਗੂ ਚੌਧਰੀ, ਤਾਂ ਅੰਤ 'ਚ ਉਹ ਅਲਗੂ ਚੌਧਰੀ ਕੋਲ ਪੁੱਜੀ ਜੀ, ਜੋ ਕਿ ਜੁਮਨ ਦਾ ਫਾਸਟ ਫਰੈਂਡ ਹੈ। ਸ਼ੀ ਪੁੱਟ ਡਾਊਨ ਹਰ ਸਟਿਕ, ਉਸਨੇ ਆਪਣੀ ਸੋਟੀ ਨੀਚੇ ਰੱਖੀ। ਸੈਟ ਡਾਊਨ ਬੈਠ ਗਈ ਅਤੇ ਰੈਸਟਿਡ, ਅਤੇ ਕੁਝ ਦੇਰ ਉਸਨੇ ਆਰਾਮ ਕੀਤਾ। ਸਨ ਯੂ ਟੂ ਮਸਟ ਕਮ ਟੂ ਦਾ ਪੰਚਾਇਤ ਮੀਟਿੰਗ ਇਫ ਓਨਲੀ ਫॉर ਅ ਫਿਊ ਮਿੰਟਸ, ਕਿ ਪੁੱਤਰ ਤੈਨੂੰ ਵੀ ਪੰਚਾਇਤ ਦੀ ਮੀਟਿੰਗ 'ਚ ਜ਼ਰੂਰ ਆਉਣਾ ਚਾਹੀਦਾ ਹੈ, ਚਾਹੇ ਤੂੰ ਥੋੜ੍ਹੇ ਸਮੇਂ ਲਈ ਹੀ ਆਈ, ਕੁਝ ਮਿੰਟਾਂ ਲਈ ਹੀ ਆਈ। ਦੇਅਰ ਵਿਲ ਬੀ ਮੈਨੀ ਅਦਰਸ ਫਰੋਮ ਦਾ ਵਿਲੇਜ ਹੂ ਵਿਲ ਬੀ ਅਟੈਂਡਿੰਗ ਦਾ ਪੰਚਾਇਤ। ਹੁਣ ਅਲਗੂ ਕਹਿੰਦਾ ਹੈ ਕਿ ਪਿੰਡ 'ਚੋਂ ਬਹੁਤ ਸਾਰੇ ਹੋਣਗੇ ਜੋ ਉਸ ਸਮੇਂ ਪੰਚਾਇਤ ਦੇ ਵਿੱਚ ਆਉਣਗੇ, ਪੰਚਾਇਤ ਦੀ ਹਾਜ਼ਰੀ ਭਰਨਗੇ, ਬਹੁਤ ਸਾਰੇ ਲੋਕ ਆਉਣਗੇ ਪਿੰਡ 'ਚੋਂ। ਵਾਈ ਡੂ ਯੂ ਵਾਂਟ ਮੀ ਟੂ ਗੋ, ਤੂੰ ਕਿਉਂ ਚਾਹੁੰਦੀ ਹੈ ਕਿ ਮੈਂ ਪੰਚਾਇਤ 'ਚ ਜਾਵਾਂ। ਆਈ ਹੈਵ ਟੋਲਡ ਮਾਈ ਸੈਡ ਸਟੋਰੀ ਟੂ ਐਵਰੀਬਡੀ, ਸ਼ੀ ਸੈਡ, ਨਾਓ ਇਟ ਇਜ਼ ਅਪ ਟੂ ਦੈਮ ਟੂ ਕਮ ਔਰ ਨੋਟ। ਹੁਣ ਬੁੱਢੀ ਔਰਤ ਕਹਿੰਦੀ ਹੈ ਕਿ ਮੈਂ ਆਪਣੀ ਦੁੱਖ ਭਰੀ ਕਹਾਣੀ ਸਾਰਿਆਂ ਨੂੰ ਸੁਣਾਈ ਹੈ, ਹੁਣ ਉਹਨਾਂ 'ਤੇ ਹੈ ਕਿ ਉਹ ਆਉਂਦੇ ਹੈ ਪੰਚਾਇਤ 'ਚ ਜਾਂ ਨਹੀਂ ਆਉਂਦੇ। ਨਾਓ ਇਟ ਇਜ਼ ਅਪ ਟੂ ਦੈਮ, ਤਾਂ ਆਪਾਂ ਕਹਿ ਦਿੰਦੇ ਨਾ ਕਈ ਵਾਰੀ ਪੰਜਾਬੀ 'ਚ ਕਿ ਹੁਣ ਉਹਨਾਂ 'ਤੇ ਹੈ ਗੱਲ, ਉਹ ਇਹ ਕੰਮ ਕਰਦੇ ਕਿ ਨਹੀਂ ਕਰਦੇ, ਤਾਂ ਉਹਦੀ ਇੰਗਲਿਸ਼ ਹੁੰਦੀ ਹੈ ਇਟ ਇਜ਼ ਅਪ ਟੂ ਦੈਮ। ਤਾਂ ਇਹ ਸੈਂਟੈਂਸ ਆਮ ਬੋਲਚਾਲ ਭਾਸ਼ਾ ਦੇ ਵਿੱਚ ਯੂਜ਼ ਹੁੰਦਾ। ਆਈ ਵਿਲ ਕਮ ਅਲੋਂਗ, ਕਹਿੰਦੇ ਮੈਂ ਆਵਾਂਗਾ, ਬਟ ਆਈ ਵੋਂਟ ਓਪਨ ਮਾਈ ਮਾਊਥ ਡਿਊਰਿੰਗ ਦਾ ਪੰਚਾਇਤ, ਪਰੰਤੂ ਮੈਂ ਪੰਚਾਇਤ ਦੇ ਵਿੱਚ ਆਪਣਾ ਮੂੰਹ ਨਹੀਂ ਖੋਲਾਂਗਾ। ਇੱਥੇ ਵੋਂਟ ਕੰਟਰੈਕਟ ਕਰਕੇ ਲਿਖਿਆ ਹੋਇਆ ਬੱਚਿਓ,
ਵੁੱਡ ਨੋਟ ਨੂੰ ਕੰਟਰੈਕਟ ਕਰਕੇ ਵੋਂਟ ਪਾ ਦਿੱਤਾ ਜਾਂਦਾ ਹੈ। ਤਾਂ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ। ਬਟ ਵਾਈ, ਪਰੰਤੂ ਕਿਉਂ, ਸ਼ੀ ਆਸਕਡ, ਉਹ ਉਸ ਨੂੰ ਕੁਐਸਚਨ ਕਰਦੀ ਹੈ, ਤਾਂ ਕਿਉਂ ਨਹੀਂ ਆ ਸਕਦਾ। ਵਟ ਆਨਸਰ ਕੈਨ ਆਈ ਗਿਵ ਟੂ ਦਿਸ, ਮੈਂ ਹੁਣ ਇਹਦਾ ਕੀ ਉੱਤਰ ਦੇਵਾਂ। ਇਟਸ ਮਾਈ ਵਿਸ਼, ਕਹਿੰਦੇ ਇਹ ਮੇਰੀ ਵਿਸ਼ ਹੈ ਕਿ ਮੈਂ ਨਹੀਂ ਆਉਣਾ ਚਾਹੁੰਦਾ, ਇਹ ਮੇਰੀ ਇੱਛਾ ਹੈ ਕਿ ਮੈਂ ਨਹੀਂ ਬੋਲਣਾ ਚਾਹੁੰਦਾ। ਜੁਮਨ ਇਜ਼ ਐਨ ਓਲਡ ਫਰੈਂਡ ਆਫ ਮਾਈਨ, ਜੁਮਨ ਮੇਰਾ ਪੁਰਾਣਾ ਦੋਸਤ ਹੈ। ਐਂਡ ਆਈ ਕਾਂਟ ਅਫੋਰਡ ਟੂ ਸਪੋਇਲ ਮਾਈ ਰਿਲੇਸ਼ਨਸ਼ਿਪ ਵਿਦ ਹਿਮ, ਅਤੇ ਮੈਂ ਉਸ ਨਾਲ ਆਪਣੀ ਰਿਲੇਸ਼ਨਸ਼ਿਪ ਜਿਹੜੀ ਮੇਰੀ ਦੋਸਤੀ ਹੈ ਉਸ ਨੂੰ ਖਰਾਬ ਕਰਨ ਦੀ ਹਿੰਮਤ ਨਹੀਂ ਰੱਖਦਾ। ਆਈ ਕਾਂਟ ਅਫੋਰਡ ਬੱਚਿਓ ਇਕੱਠਾ ਆ ਜਾਂਦਾ ਹੈ। ਆਈ ਕਾਂਟ ਅਫੋਰਡ ਦਾ ਮਤਲਬ ਹੁੰਦਾ ਜਦੋਂ ਆਪਾਂ ਉਹ ਗੱਲ ਨਾ ਕਰਨੀ ਚਾਹੀਏ ਜੋ ਸਾਨੂੰ ਪਸੰਦ ਨਾ ਹੋਵੇ, ਜਾਂ ਜਿਸ ਗੱਲ ਨੂੰ ਕਰਨ ਦੇ ਲਈ ਸਾਡੀ ਹਿੰਮਤ ਨਾ ਪਵੇ, ਉਸ ਨੂੰ ਆਪਾਂ ਕਹਿੰਦੇ ਹਾਂ। ਤਾਂ ਮੈਂ ਹਿੰਮਤ ਨਹੀਂ ਕਰਦਾ ਕਿ ਮੈਂ ਆਪਣੀ ਦੋਸਤੀ ਜੁਮਨ ਨਾਲ ਤੋੜ ਲਵਾਂ, ਇਸ ਕਰਕੇ ਮੈਂ ਪੰਚਾਇਤ ਦੇ ਵਿੱਚ ਉਸ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ। ਵਿਲ ਯੂ ਟਰਨ ਯੂਅਰ ਬੈਕ ਟੂ ਜਸਟਿਸ ਫॉर ਫੀਅਰ ਆਫ ਰਿਊਨਿੰਗ ਯੂਅਰ ਫਰੈਂਡਸ਼ਿਪ, ਕੀ ਤੂੰ ਆਪਣੀ ਦੋਸਤੀ ਟੁੱਟਣ ਦੇ ਡਰ ਤੋਂ ਜਸਟਿਸ ਦੇ ਨਿਆਂ ਦੇ ਤਰਫ ਪਿੱਠ ਕਰ ਲਵੇਂਗਾ। ਹੁਣ ਉਹ ਇਹ ਕਹਿ ਰਹੀ ਹੈ ਕਿ ਇੱਕ ਪਾਸੇ ਤੇਰੀ ਦੋਸਤੀ ਹੈ, ਦੂਜੇ ਪਾਸੇ ਜਸਟਿਸ ਹੈ, ਨਿਆਂ ਹੈ, ਕੀ ਤੂੰ ਆਪਣੀ ਦੋਸਤੀ ਦੇ ਲਈ ਨਿਆਂ ਤੋਂ ਮੂੰਹ ਮੋੜ ਲੇਗਾ। ਵੀ ਹੈਵ ਅ ਟੈਂਡੈਂਸੀ ਨੋਟ ਟੂ ਬੋਦਰ ਅਬਾਊਟ ਆਵਰ ਰਿਲੀਜੀਅਸ ਟ੍ਰੈਡੀਸ਼ਨਸ। ਹੁਣ ਇੱਥੇ ਬੱਚਿਓ ਰਾਈਟਰ ਸਟੋਰੀ ਤੋਂ ਹਟ ਕੇ ਇੱਕ ਮਨੁੱਖ ਦੀ ਜੋ ਆਦਤ ਹੈ ਉਸ ਦਾ ਜ਼ਿਕਰ ਕਰ ਰਿਹਾ। ਕਹਿੰਦੇ ਸਾਡੀ ਇਹ ਟੈਂਡੈਂਸੀ ਹੁੰਦੀ ਹੈ, ਟੈਂਡੈਂਸੀ ਦਾ ਮਤਲਬ ਰੁਝਾਨ, ਕਿ ਹਰ ਇੱਕ ਮਨੁੱਖ ਦੇ ਵਿੱਚ ਇਹ ਰੁਝਾਨ ਰਹਿੰਦਾ ਹੈ ਕਿ ਉਹ ਰਿਲੀਜੀਅਸ ਟ੍ਰੈਡੀਸ਼ਨਸ ਦੀ ਪਰਵਾਹ ਨਹੀਂ ਕਰਦਾ। ਬੋਦਰ ਅਬਾਊਟ ਦਾ ਮਤਲਬ ਹੁੰਦਾ ਬੱਚਿਓ ਪਰਵਾਹ ਕਰਨੀ। ਰਿਲੀਜੀਅਸ ਟ੍ਰੈਡੀਸ਼ਨਸ ਹੋ ਗਏ ਧਾਰਮਿਕ ਰਸਮ ਰਿਵਾਜ, ਕਿਉਂ ਤਾਂ ਜਿੰਨਾ ਮਰਜ਼ੀ ਇਨਸਾਨ ਧਾਰਮਿਕ ਬਣਿਆ ਫਿਰੇ, ਪਰੰਤੂ ਅਸਲ ਮਾਇਨਿਆਂ ਵਿੱਚ ਕਈ ਵਾਰੀ ਉਹ ਧਾਰਮਿਕ ਪਰੰਪਰਾਵਾਂ ਦੀ ਪਰਵਾਹ ਨਹੀਂ ਕਰਦਾ। ਵੀ ਵੁੱਡ ਈਵਨ ਲੈਟ ਦੈਮ ਬੀ ਡਿਸਟਰੋਇਡ, ਕਈ ਵਾਰੀ ਅਸੀਂ ਇਹਨਾਂ ਧਾਰਮਿਕ ਰਸਮ ਰਿਵਾਜਾਂ ਨੂੰ ਡਿਸਟਰੋਏ ਵੀ ਹੋਣ ਦੇਣ ਦਿੰਦੇ ਹਾਂ, ਕਿ ਜੇਕਰ ਧਾਰਮਿਕ ਰਸਮ ਰਿਵਾਜ ਖਤਮ ਵੀ ਹੋ ਰਹੇ ਹੋਣ, ਆਪਾਂ ਇਹ ਕੰਮ ਹੋਣ ਦੇਣ ਦਿੰਦੇ ਹਾਂ। ਬਟ ਵੀ ਆਰ ਆਲਵੇਜ਼ ਅਰਾਊਜ਼ਡ ਵੈਨ ਅ ਚੈਲੰਜ ਇਜ਼ ਥਰੋਨ ਐਟ ਆਵਰ ਫੇਸਿਸ, ਪਰੰਤੂ ਸਾਡੀਆਂ ਭਾਵਨਾਵਾਂ ਉਦੋਂ ਜਾਗ ਜਾਂਦੀਆਂ ਨੇ। ਵੀ ਆਰ ਆਲਵੇਜ਼ ਅਰਾਊਜ਼ਡ ਦਾ ਮਤਲਬ ਹੁੰਦਾ ਹੈ ਵੀ ਸਾਡਾ ਇੱਕ ਤਰ੍ਹਾਂ ਨਾਲ ਮਾਣ ਜਾਂ ਜਾਗ ਜਾਂਦਾ ਹੈ ਜਦੋਂ ਸਾਡੇ ਅੱਗੇ ਕੋਈ ਚੈਲੰਜ ਸਿੱਟਿਆ ਜਾਂਦਾ ਹੈ। ਆ ਚੈਲੰਜ ਇਜ਼ ਥਰੋਨ ਐਟ ਆਵਰ ਫੇਸਿਸ, ਜਦੋਂ ਸਾਡੇ ਸਾਹਮਣੇ ਕੋਈ ਨਾ ਚੁਣੌਤੀ ਪੇਸ਼ ਕਰਦਾ ਕਿ ਤੂੰ ਇਹ ਕੰਮ ਨਹੀਂ ਕਰ ਸਕਦਾ, ਤਾਂ ਫਿਰ ਸਾਡਾ ਅੰਦਰਲਾ ਹਿਊਮੇ ਜਾਗ ਜਾਂਦਾ ਹੈ। ਅਲਗੂ ਹੈਡ ਨੋ ਰਿਪਲਾਈ ਟੂ ਹਰ ਕੁਐਸਚਨ, ਤਾਂ ਅਲਗੂ ਦੇ ਕੋਲੇ ਇਸ ਕੁਐਸਚਨ ਦਾ ਕੋਈ ਆਨਸਰ ਨਹੀਂ ਸੀ। ਉਹ ਕੁਐਸਚਨ ਕਿਹੜਾ ਸੀ? ਵਿਲ ਯੂ ਟਰਨ ਯੂਅਰ ਬੈਕ ਟੂ ਜਸਟਿਸ ਫॉर ਫੀਅਰ ਆਫ ਰੂਇਨਿੰਗ ਯੂਅਰ ਫਰੈਂਡਸ਼ਿਪ, ਕਿ ਇੱਕ ਪਾਸੇ ਤੇਰੀ ਫਰੈਂਡਸ਼ਿਪ ਹੈ, ਦੂਜੇ ਪਾਸੇ ਮੇਰੀ ਜਸਟਿਸ ਹੈ, ਕਿ ਕੀ ਤੂੰ ਆਪਣੀ ਫਰੈਂਡਸ਼ਿਪ ਦੇ ਲਈ ਮੇਰੇ ਨਾਲ ਅਨਿਆਏ ਹੋਣ ਦੇਂਗਾ। ਬਟ ਹਰ ਵਰਡਸ ਕੈਪਟ ਰਿਸਾਊਂਡਿੰਗ ਇਨ ਹਿਜ਼ ਮਾਈਂਡ, ਪਰੰਤੂ ਉਸ ਦੇ ਸ਼ਬਦ ਉਸ ਦੇ ਮਨ ਦੇ ਵਿੱਚ ਰਿਸਾਊਂਡ ਕਰਦੇ ਰਹੇ, ਆਵਾਜ਼ਾਂ ਦਿੰਦੇ ਰਹੇ। ਉਹ ਕਿਹੜੇ ਸ਼ਬਦ ਸੀ ਜੀ? ਉਹੀ ਸ਼ਬਦ ਕਿ ਵਿਲ ਯੂ ਟਰਨ ਯੂਅਰ ਬੈਕ ਟੂ ਜਸਟਿਸ ਫॉर ਫੀਅਰ ਆਫ ਰੂਇਨਿੰਗ ਯੂਅਰ ਫਰੈਂਡਸ਼ਿਪ, ਕਿ ਕੀ ਤੂੰ ਆਪਣੀ ਦੋਸਤੀ ਦੇ ਲਈ ਮੇਰੇ ਨਾਲ ਅਨਿਆਏ ਹੋਣ ਦੇਂਗਾ। ਤਾਂ ਬੱਚਿਓ ਇਸ ਪੈਰੇ ਦੇ ਵਿੱਚ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਈ ਵਾਰੀ ਇਨਸਾਨ ਚਾਹੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ, ਪਰੰਤੂ ਜਦੋਂ ਉਸ ਦੇ ਅਹਿਮ 'ਤੇ ਕੋਈ ਸੱਟ ਮਾਰਦਾ ਹੈ, ਉਸ ਦੀ ਆਤਮਾ ਨੂੰ ਕਦੇ ਕੋਈ ਹਲੂਣਾ ਦਿੰਦਾ ਹੈ, ਤਾਂ ਉਹ ਸ਼ਬਦ ਉਸ 'ਤੇ ਜ਼ਰੂਰ ਅਸਰ ਪਾਉਂਦੇ ਨੇ, ਜੋ ਕਿ ਸਾਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਅਲਗੂ ਚੌਧਰੀ 'ਤੇ ਵੀ ਪੈ ਰਹੇ ਨੇ। ਤਾਂ ਬੱਚਿਓ ਸ਼ਾਰਟ ਆਨਸਰ ਟਾਈਪ ਕੁਐਸਚਨ ਆਨਸਰਸ ਦੇ ਵਿੱਚ ਇੱਕ ਕੁਐਸਚਨ ਇਹ ਵੀ ਆਉਂਦਾ ਹੈ, ਅਲਗੂ ਚੌਧਰੀ ਇਸ ਬੁੱਢੀ ਔਰਤ ਨੂੰ ਪੰਚਾਇਤ ਵਿੱਚ ਆਉਣ ਬਾਰੇ ਕੀ ਜਵਾਬ ਦਿੰਦਾ ਹੈ? ਤਾਂ ਅਸੀਂ ਇਹਦਾ ਆਨਸਰ ਇਹ ਲਾਈਨਾਂ 'ਚੋਂ ਲਿਖ ਸਕਦੇ ਹਾਂ। ਦ ਪੰਚਾਇਤ ਮੈਟ ਅੰਡਰ ਅ ਟਰੀ ਇਨ ਦ ਈਵਨਿੰਗ, ਤਾਂ ਪੰਚਾਇਤ ਸ਼ਾਮ ਨੂੰ ਇੱਕ ਦਰਖਤ ਦੇ ਨੀਚੇ ਇਕੱਠੀ ਹੋਈ ਜੀ। ਸ਼ੇਖ ਜੁਮਨ ਹੈਡ ਆਲਰੇਡੀ ਸਪਰੈਡ ਕਵਰਿੰਗਸ ਔਨ ਦਾ ਅਰਥਨ ਫਲੋਰ, ਤਾਂ ਸ਼ੇਖ ਜੁਮਨ ਜਿਹੜਾ ਸੀ ਉਸ ਨੇ ਮਿੱਟੀ ਦੇ ਉੱਪਰ, ਕਿਉਂਕਿ ਅਰਥਨ ਫਲੋਰ ਸੀਗਾ, ਪੰਚਾਇਤ ਜਿੱਥੇ ਇਕੱਠੀ ਹੋਈ ਸੀ ਉੱਥੇ ਮਿੱਟੀ ਦਾ ਫਰਸ਼ ਸੀਗਾ, ਉਸ ਦੇ ਉੱਪਰ ਉਸਨੇ ਕਵਰਿੰਗ ਵਿਛਾਈ ਹੋਈ ਸੀ। ਸਪਰੈਡ ਦਾ ਮਤਲਬ ਹੁੰਦਾ ਵਿਛਾਉਣਾ, ਤੇ ਕਵਰਿੰਗ ਇੱਥੇ ਬੱਚਿਓ ਤੁਸੀਂ ਟਾਟ ਵਗੈਰਾ ਨੂੰ ਕਹਿ ਸਕਦੇ ਹੋ ਜਾਂ ਦਰੀ ਕਹਿ ਸਕਦੇ ਹੋ, ਕਿ ਉਸਨੇ ਦਰੀ ਵਿਛਾ ਰੱਖੀ ਸੀ ਸਾਰਿਆਂ ਲਈ। Of course, he himself was sitting some distance away from ਅਲਗੂ ਚੌਧਰੀ, ਬਿਨਾਂ ਸ਼ੱਕ ਨਿਸੰਦੇਹ ਉਹ ਅਲਗੂ ਚੌਧਰੀ ਤੋਂ ਥੋੜ੍ਹਾ ਜਿਹਾ ਡਿਸਟੈਂਸ ਬਣਾ ਕੇ ਬੈਠਾ ਸੀ, ਥੋੜ੍ਹੀ ਦੂਰ ਬੈਠਾ ਸੀ। ਐਂਡ ਵੈਨਐਵਰ ਐਨੀਬੋਡੀ ਅਰਾਈਵਡ ਐਟ ਦਾ ਮੀਟਿੰਗ, ਅਤੇ ਜਦੋਂ ਵੀ ਕੋਈ ਵੀ ਉਸ ਮੀਟਿੰਗ ਦੇ ਵਿੱਚ ਆ ਰਿਹਾ ਸੀ, ਹੀ ਵੁੱਡ ਗ੍ਰੀਟ ਦੈਮ ਵਾਰਮਲੀ, ਉਹ ਬਹੁਤ ਹੀ ਆਦਰ ਸਤਿਕਾਰ ਨਾਲ ਉਸ ਦਾ ਸਵਾਗਤ ਕਰ ਰਿਹਾ ਸੀ। ਵੈਨ ਦਾ ਸਨ ਹੈਡ ਸੈਟ ਐਂਡ ਦਾ ਬਰਡਸ ਹੈਡ ਸੈਟਲ ਡਾਊਨ ਟੂ ਦੇਅਰ ਓਨ ਨੋਇਜ਼ੀ ਮੀਟਿੰਗ ਔਨ ਦਾ ਟਰੀ, ਦਾ ਪੰਚਾਇਤ ਸਟਾਰਟਿਡ, ਜਦੋਂ ਸੂਰਜ ਛਿਪ ਗਿਆ ਅਤੇ ਪੰਛੀ ਦਰਖਤ ਦੇ ਉੱਪਰ ਆ ਕੇ ਬੈਠ ਗਏ ਅਤੇ ਆਪਣਾ ਰੌਲਾ ਰੱਪਾ ਪਾਉਣ ਲੱਗੇ, ਆਪਣੀ ਨੋਇਜ਼ੀ ਮੀਟਿੰਗ। ਦੇਖੋ ਇੱਥੇ ਬੱਚਿਓ ਜਿਹੜੇ ਪੰਛੀਆਂ ਦੇ ਰੌਲੇ ਰੱਪੇ ਨੂੰ ਦੇਅਰ ਓਨ ਨੋਇਜ਼ੀ ਮੀਟਿੰਗ ਕਿਹਾ, ਕਿ ਦੇਖੋ ਦੋ ਮੀਟਿੰਗਾਂ ਜੁੜ ਗਈਆਂ। ਇੱਕ ਤਾਂ ਮੀਟਿੰਗ ਪੰਚਾਇਤ ਦੀ ਜੁੜ ਗਈ ਜਿਹੜੀ ਦਰਖਤ ਦੇ ਨੀਚੇ ਹੈ, ਅਤੇ ਦੂਸਰੀ ਮੀਟਿੰਗ ਕਿਹਦੀ ਜੁੜ ਗਈ ਜੀ? ਪੰਛੀਆਂ ਦੀ। ਅਤੇ ਉਹ ਮੀਟਿੰਗ ਨੋਇਜ਼ੀ ਮੀਟਿੰਗ ਹੈ, ਕਿਉਂਕਿ ਹੁਣ ਉਹ ਪੰਛੀ ਉੱਪਰ ਆ ਕੇ ਰੌਲਾ ਰੱਪਾ ਪਾ ਰਹੇ ਸੀ, ਪਰੰਤੂ ਜਿਹੜੀ ਨੀਚੇ ਮੀਟਿੰਗ ਹੋ ਰਹੀ ਸੀ ਦਰਖਤ ਦੇ, ਉਹ ਹਜੇ ਸ਼ਾਂਤ ਸੀ।
ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਰਾਈਟਰ ਨੇ ਕਿੰਨੇ ਸੋਹਣੇ ਵਰਡਸ ਯੂਜ਼ ਕੀਤੇ ਹੈ। ਤਾਂ ਪੰਚਾਇਤ ਸਟਾਰਟ ਹੋ ਗਈ ਜੀ। ਐਵਰੀ ਇੰਚ ਆਫ ਦਾ ਸਿਟਿੰਗ ਏਰੀਆ ਵਾਸ ਪੈਕਡ। ਕਹਿੰਦੇ ਪੰਚਾਇਤ ਖਚਾ ਖਚ ਭਰੀ ਸੀ। ਐਵਰੀ ਇੰਚ ਆਫ ਦਾ ਸਿਟਿੰਗ ਏਰੀਆ, ਬੈਠਣ ਵਾਲਾ ਜਿੰਨਾ ਵੀ ਏਰੀਆ ਸੀ ਉਹ ਪੈਕਡ ਸੀਗਾ, ਬੈਠਣ ਲਈ ਥਾਂ ਨਹੀਂ ਸੀ। ਬਟ ਮੋਸਟ ਪੀਪਲ ਵਰ ਓਨਲੀ ਸਪੈਕਟੇਟਰਸ, ਪਰ ਜ਼ਿਆਦਾਤਰ ਲੋਕ ਜਿਹੜੇ ਉੱਥੇ ਆਏ ਸੀ ਸਿਰਫ ਦਰਸ਼ਕ ਬਣ ਕੇ ਆਏ ਸੀ। ਸਪੈਕਟੇਟਰਸ ਦਾ ਮਤਲਬ ਹੁੰਦਾ ਬੱਚਿਓ ਦਰਸ਼ਕ। ਦਾ ਪੰਚਾਇਤ ਸੈਟ ਡਾਊਨ, ਪੰਚਾਇਤ ਬੈਠ ਗਈ। ਦਾ ਓਲਡ ਆਂਟ ਅਪੀਲ ਟੂ ਦੈਮ, ਤਾਂ ਬੁੱਢੀ ਔਰਤ ਨੇ ਸਾਰਿਆਂ ਨੂੰ ਅਪੀਲ ਕੀਤੀ। ਮੈਂਬਰਸ ਆਫ ਦਾ ਪੰਚਾਇਤ, ਹੁਣ ਦੇਖੋ ਇਹ ਜਿਹੜੀ ਅਪੀਲ ਹੈ ਇਹ ਓਲਡ ਆਂਟ ਕਰ ਰਹੀ ਹੈ ਕਿਉਂਕਿ ਕੋਟਸ ਤੋਂ ਸ਼ੁਰੂ ਹੈ ਬੱਚਿਓ ਤੇ ਕੋਟਸ 'ਚ ਹੀ ਬੰਦ ਹੈ। ਇਹਦਾ ਮਤਲਬ ਇਹ ਸਾਰੇ ਵਰਡਸ ਉਹ ਬੁੱਢੀ ਔਰਤ ਬੋਲ ਰਹੀ ਹੈ ਕਿ ਪੰਚਾਇਤ ਦੇ ਮੈਂਬਰਸ 3 years ago, 3 ਸਾਲ ਪਹਿਲਾਂ ਆਈ ਟ੍ਰਾਂਸਫਰਡ ਆਲ ਮਾਈ ਪ੍ਰੋਪਰਟੀ ਟੂ ਦਾ ਨੇਮ ਆਫ ਮਾਈ ਨੈਫਿਊ। ਤਾਂ ਮੈਂ ਆਪਣੀ ਸਾਰੀ ਪ੍ਰੋਪਰਟੀ ਆਪਣੀ ਨੈਫਿਊ ਦੇ ਨਾਂ 'ਤੇ ਟ੍ਰਾਂਸਫਰ ਕਰਤੀ ਸੀ ਜੀ, ਉਹਦੇ ਲਿਖੇ ਲਾਤੀ ਸੀ। ਆਲ ਆਫ ਯੂ ਨੋ ਦਿਸ, ਤੁਸੀਂ ਇਹ ਸਾਰਾ ਜਾਣਦੇ ਹੋ। ਇਨ ਰਿਟਰਨ ਫॉर ਦਿਸ ਜੁਮਨ ਹੈਡ ਅਗਰੀਡ ਟੂ ਫੀਡ ਐਂਡ ਕਲੋਥ ਮੀ। ਬਦਲੇ ਦੇ ਵਿੱਚ ਜੁਮਨ ਨੇ ਮੈਨੂੰ ਖਾਣਾ ਦੇਣਾ ਸੀ ਅਤੇ ਮੈਨੂੰ ਕੱਪੜੇ ਦੇਣੇ ਸੀ। ਫੀਡ ਦਾ ਮਤਲਬ ਖਾਣਾ ਦੇਣਾ, ਐਂਡ ਕਲੋਥ ਮੀ, ਇੱਥੇ ਬੱਚਿਓ ਜਿਹੜੀ ਕਲੋਥ ਸ਼ਬਦ ਆਇਆ ਹੈ ਇਹ ਵਰਬ ਦੇ ਤੌਰ ਤੇ ਆਇਆ ਹੈ, ਨਾਊਨ ਦੇ ਤੌਰ ਤੇ ਇਹ ਕਲੋਥ ਹੁੰਦਾ। ਸਮ ਹਾਓ, ਕਿਸੇ ਤਰੀਕੇ ਨਾਲ, ਫॉर ਅ ਈਅਰ, 1 ਸਾਲ ਤੱਕ, ਆਈ ਮੈਨੇਜ ਟੂ ਸਫਰ ਥਰੂ, ਤਾਂ ਮੈਂ ਦੁੱਖ ਹੰਢਾਇਆ। ਸਫਰ ਥਰੂ ਦਾ ਮਤਲਬ ਹੁੰਦਾ ਬੱਚਿਓ ਦੁੱਖ ਹੰਢਾਣਾ। ਬਟ ਨਾਓ, ਪਰੰਤੂ ਹੁਣ, ਆਈ ਕੈਨ ਨੋਟ ਬੈਰ ਦੇਅਰ ਇਲ ਟ੍ਰੀਟਮੈਂਟ, ਮੈਂ ਹੁਣ ਇਹਨਾਂ ਦੀ ਜਿਹੜੀ ਇਲ ਟ੍ਰੀਟਮੈਂਟ ਹੈ, ਮਾੜਾ ਵਿਵਹਾਰ ਹੈ, ਉਹ ਹੁਣ ਸਹਿਣ ਨਹੀਂ ਕਰ ਸਕਦੀ। ਇੱਥੇ ਦੇਅਰ ਦਾ ਮਤਲਬ ਜੁਮਨ ਸ਼ੇਖ ਤੇ ਉਸਦੀ ਵਾਈਫ ਕਰੀਮਨ ਤੋਂ ਹੈ। ਆਈ ਨੀਦਰ ਗੋਟ ਐਨਫ ਫੂਡ ਨੋਰ ਐਡਿਕੁਏਟ ਕਲੋਥਸ, ਨਾ ਤਾਂ ਮੈਨੂੰ ਪੂਰਾ ਖਾਣਾ ਮਿਲਦਾ ਹੈ, ਐਨਫ ਫੂਡ ਦਾ ਮਤਲਬ ਪੂਰਾ ਖਾਣਾ, ਅਤੇ ਨਾ ਹੀ ਮੈਨੂੰ ਪੂਰੇ ਕੱਪੜੇ ਮਿਲਦੇ ਆ। ਹੁਣ ਇੱਥੇ ਬੱਚਿਓ ਜਿਹੜਾ ਸ਼ਬਦ ਹੈ ਇਹ ਕਲੋਥਸ ਆਇਆ ਹੈ, ਇਹ ਨਾਊਨ ਦੇ ਤੌਰ ਤੇ ਆਇਆ ਹੈ। ਤਾਂ ਬੱਚਿਓ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਇੱਕ ਸ਼ਬਦ ਐਜ਼ ਅ ਨਾਊਨ ਤੇ ਐਜ਼ ਅ ਵਰਬ ਆਉਂਦੇ ਰਹੇ ਨੇ, ਤਾਂ ਇੱਥੇ ਕਲੋਥ ਸ਼ਬਦ ਦੇਖੋ ਐਜ਼ ਅ ਵਰਬ ਵੀ ਯੂਜ਼ ਹੋਇਆ ਹੈ ਅਤੇ ਫਿਰ ਨਾਊਨ ਦੇ ਤੌਰ ਤੇ ਵੀ ਯੂਜ਼ ਹੋਇਆ। ਆਈ ਐਮ ਅ ਪੂਅਰ ਹੈਲਪਲੈਸ ਵਿਡੋ, ਕਹਿੰਦੇ ਮੈਂ ਇੱਕ ਬੇਸਹਾਰਾ ਬੁੱਢੀ ਔਰਤ ਹਾਂ। ਵਿਡੋ ਹਾਂ, ਮੇਰਾ ਕੋਈ ਨਹੀਂ ਹੈ। ਅਨੇਬਲ ਟੂ ਫਾਈਟ ਇਨ ਅ ਕੋਰਟ ਔਰ ਦਰਬਾਰ, ਮੈਂ ਆਪਣਾ ਕੇਸ ਲੜਨ ਦੇ ਲਈ ਕੋਰਟ ਕਚਹਿਰੀਆਂ ਦੇ ਵਿੱਚ, ਦਰਬਾਰ ਦੇ ਵਿੱਚ ਨਹੀਂ ਜਾ ਸਕਦੀ। ਐਕਸੈਪਟ ਫॉर ਯੂ ਆਲ, ਹੂ ਐਲਸ ਵਿਲ ਲਿਸਨ ਟੂ ਮਾਈ ਗ੍ਰੀਫ, ਤੁਹਾਡੇ ਤੋਂ ਬਿਨਾਂ, ਐਕਸੈਪਟ ਫॉर ਯੂ ਆਲ, ਤੁਹਾਡੇ ਸਾਰਿਆਂ ਤੋਂ ਬਿਨਾਂ ਕੌਣ ਮੇਰੇ ਦੁੱਖਾਂ ਦਰਦਾਂ ਨੂੰ ਸੁਣੇਗਾ। ਮਾਈ ਗ੍ਰੀਫ ਦਾ ਮਤਲਬ ਇੱਥੇ ਦੁੱਖ ਦਰਦ ਹੋਗੇ। ਆਈ ਐਮ ਵਿਲਿੰਗ ਟੂ ਐਕਸੈਪਟ ਵਟ ਐਵਰ ਯੂ ਡਿਸਾਈਡ, ਕਹਿੰਦੇ ਮੈਂ ਉਸ ਗੱਲ ਨੂੰ ਮੰਨਾਂਗੀ ਜੋ ਵੀ ਤੁਸੀਂ ਮੇਰੇ ਬਾਰੇ ਡਿਸਾਈਡ ਕਰੋਗੇ, ਜੋ ਵੀ ਤੁਸੀਂ ਫੈਸਲਾ ਦੋਗੇ ਮੈਂ ਉਸ ਨੂੰ ਮੰਨਾਂਗੀ। ਇਫ ਯੂ ਥਿੰਕ ਆਈ ਐਮ ਐਟ ਫਾਲਟ ਯੂ ਕੈਨ ਪਨਿਸ਼ ਮੀ, ਜੇ ਤੁਸੀਂ ਸੋਚਦੇ ਹੋ ਕਿ ਮੈਂ ਗਲਤ ਹਾਂ, ਆਈ ਐਮ ਐਟ ਫਾਲਟ, ਐਟ ਫਾਲਟ ਬੱਚਿਓ ਫਰੇਜ਼ ਆਉਂਦਾ ਹੈ, ਇਹਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਇਨਸਾਨ ਗਲਤ ਹੋਵੇ ਉਦੋਂ ਕਹਿੰਦਾ ਹੈ ਕਿ ਆਈ ਐਮ ਐਟ ਫਾਲਟ, ਕਿ ਜੇ ਤੁਸੀਂ ਸੋਚਦੇ ਹੋ ਕਿ ਮੈਂ ਗਲਤ ਹਾਂ ਤਾਂ ਤੁਸੀਂ ਮੈਨੂੰ ਪਨਿਸ਼ ਕਰ ਸਕਦੇ ਹੋ, ਸਜ਼ਾ ਦੇ ਸਕਦੇ ਹੋ। ਇਫ ਯੂ ਫਾਈਂਡ ਜੁਮਨ ਗਿਲਟੀ, ਜੇਕਰ ਤੁਹਾਨੂੰ ਲੱਗਦਾ ਹੈ ਕਿ ਜੁਮਨ ਕਸੂਰਵਾਰ ਹੈ, ਗਿਲਟੀ ਦੇ ਉੱਪਰ 2 ਨੰਬਰ ਪਾਇਆ, ਇਹਦਾ ਮਤਲਬ ਅਸੀਂ ਫੁੱਟਨੋਟ 'ਚ ਦੇਖ ਲੈਂਦੇ ਹਾਂ ਕਿ ਵਨ ਹੂ ਹੈਜ਼ ਡਨ ਰੋਂਗ, ਕਿ ਇੱਕ ਅਜਿਹਾ ਇਨਸਾਨ ਜਿਸ ਨੇ ਕੋਈ ਗਲਤੀ ਕੀਤੀ ਹੈ, ਤਾਂ ਗਿਲਟੀ ਦਾ ਮਤਲਬ ਦੋਸ਼ੀ ਹੋ ਗਿਆ। ਕਿ ਜੇਕਰ ਤੁਸੀਂ ਜੁਮਨ ਨੂੰ ਦੋਸ਼ੀ ਸਮਝਦੇ ਹੋ, ਐਕਸਪਲੇਨ ਮੈਟਰਸ ਟੂ ਹਿਮ, ਤਾਂ ਉਸ ਨੂੰ ਇਹ ਗੱਲ ਸਮਝਾਓ। ਤਾਂ ਬੱਚਿਓ ਇੱਥੇ ਇੱਕ ਗੱਲ ਦੇਖਣ ਵਾਲੀ ਹੈ, ਹਾਲਾਂਕਿ ਸਾਨੂੰ ਸਟੋਰੀ ਪੜ੍ਹ ਕੇ ਪਤਾ ਚੱਲਿਆ ਕਿ ਜੁਮਨ ਦੋਸ਼ੀ ਹੈ ਤਾਂ ਜੁਮਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਲੇਕਿਨ ਉਹ ਇਹ ਕਹਿ ਰਹੀ ਹੈ ਕਿ ਜੇ ਮੈਂ ਗਲਤ ਹਾਂ ਤਾਂ ਮੈਨੂੰ ਤੁਸੀਂ ਸਜ਼ਾ ਦਿਓ, ਜੇ ਜੁਮਨ ਦੋਸ਼ੀ ਹੈ ਤਾਂ ਉਸ ਨੂੰ ਤੁਸੀਂ ਸਮਝਾਓ। ਇੱਥੇ ਹਜੇ ਫਿਰ ਉਹ ਜੁਮਨ ਦੇ ਲਈ ਚੰਗੇ ਵਰਡਸ ਯੂਜ਼ ਕਰ ਰਹੀ ਹੈ, ਇਹ ਨਹੀਂ ਕਹਿ ਰਹੀ ਕਿ ਜੁਮਨ ਨੂੰ ਸਜ਼ਾ ਦਿਓ, ਉਹ ਆਪਣੇ ਆਪ ਨੂੰ ਕਹਿ ਰਹੀ ਹੈ ਕਿ ਜੇ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਦਿਓ, ਅਦਰਵਾਈਜ਼ ਤੁਸੀਂ ਉਹਨੂੰ ਸਮਝਾਓ। ਵਾਈ ਡਜ਼ ਹੀ ਵਾਂਟ ਟੂ ਸਫਰ ਅ ਹੈਲਪਲੈਸ ਵਿਡੋਜ਼ ਕਰਸ, ਉਹ ਕਿਉਂ ਇੱਕ ਬੇਸਹਾਰਾ ਵਿਧਵਾ ਦਾ ਜਿਹੜਾ ਕਰਸ ਹੈ, ਉਸ ਦਾ ਸਰਾਪ ਹੈ, ਉਸ ਨੂੰ ਸਫਰ ਕਰਨਾ ਚਾਹੁੰਦਾ ਹੈ। ਉਹ ਕਿਉਂ ਵਿਧਵਾ ਦੇ ਜਿਹੜੀਆਂ ਦੁਰਸੀਸਾਂ ਨੇ ਉਹ ਕਿਉਂ ਆਪਣੇ ਜ਼ਿੰਮੇ ਲਾਉਣਾ ਚਾਹੁੰਦਾ ਹੈ। ਇੱਥੇ ਮਤਲਬ ਇਹ ਹੈ, ਕਰਸ ਦਾ ਮਤਲਬ ਹੁੰਦਾ ਬੱਚਿਓ ਬਦਅਸੀਸ ਜਾਂ ਦੁਰਸੀਸ, ਉਸ ਨੂੰ ਆਪਾਂ ਕਹਿੰਦੇ ਹਾਂ ਕਿ ਉਹ ਕਿਉਂ ਵਿਧਵਾ ਦੀਆਂ ਦੁਰਸੀਸਾਂ ਲੈਣਾ ਚਾਹੁੰਦਾ ਹੈ। ਆਈ ਵਿਲ ਬੀ ਹੈਪੀ ਟੂ ਅਬਾਈਡ ਬਾਈ ਯੂਅਰ ਡਿਸੀਜ਼ਨ, ਮੈਂ ਜੋ ਵੀ ਤੁਸੀਂ ਮੇਰੇ ਲਈ ਫੈਸਲਾ ਲਓਗੇ ਉਸ 'ਤੇ ਮੈਂ ਪਾਬੰਦ ਹੋਵਾਂਗੀ, ਉਸ ਨੂੰ ਮੰਨ ਕੇ ਮੈਂ ਖੁਸ਼ ਹੋਵਾਂਗੀ। ਅਬਾਈਡ ਬਾਏ ਬੱਚਿਓ ਫਰੇਜ਼ਲ ਵਰਬ ਹੈ, ਇਹਦਾ ਮਤਲਬ ਹੁੰਦਾ ਹੈ ਕਿਸੇ ਫੈਸਲੇ ਨੂੰ ਮੰਨਣਾ। ਰਾਮਧਨ ਮਿਸ਼ਰ whose many clients had been given shelter by Juman in the village said, ਇੱਕ ਪਿੰਡ ਦਾ ਮੋਹਤਰ ਵਿਅਕਤੀ ਹੈ ਜੀ ਰਾਮਧਨ ਮਿਸ਼ਰ, ਜਿਸ ਦੇ ਕਿ ਬਹੁਤ ਸਾਰੇ ਕਲਾਇੰਟਸ, ਬਹੁਤ ਸਾਰੇ ਉਸਦੇ ਬਹੁਤ ਸਾਰੇ ਗਾਹਕਾਂ ਨੂੰ ਜੁਮਨ ਨੇ ਆਪਣੇ ਪਿੰਡ ਦੇ ਵਿੱਚ ਸ਼ੈਲਟਰ ਦਿੱਤੀ ਹੋਈ ਸੀ, ਰਹਿਣ ਲਈ ਜਗ੍ਹਾ ਦਿੱਤੀ ਹੋਈ ਸੀ। ਤਾਂ ਉਹ ਬੋਲਦਾ ਹੈ ਕਿ ਜੁਮਨ ਮੀਆਂ ਬੈਟਰ ਸੈਟਲ ਵਿਦ ਦਾ ਓਲਡ ਵੂਮਨ ਨਾਓ, ਕਿ ਸਹੀ ਗੱਲ ਇਹ ਹੈ ਕਿ ਤੂੰ ਇਹ ਬੁੱਢੀ ਔਰਤ ਦੇ ਨਾਲ ਆਪਣਾ ਮਸਲਾ ਸੁਲਝਾ ਲੈ, ਸੈਟਲ ਵਿਦ, ਅਦਰਵਾਈਜ਼ ਵਟ ਐਵਰ ਦਾ ਪੰਚਿਸ ਡਿਸਾਈਡ ਯੂ ਵਿਲ ਹੈਵ ਟੂ ਐਕਸੈਪਟ, ਨਹੀਂ ਤਾਂ ਪੰਚ ਜੋ ਵੀ ਫੈਸਲਾ ਕਰਨਗੇ ਤੈਨੂੰ ਉਹ ਮੰਨਣਾ ਪਊਗਾ,
ਔਰ ਨੇਮ ਯੂਅਰ ਓਨ ਹੈੱਡ ਪੰਚ, ਜਾਂ ਤੂੰ ਆਪ ਹੈੱਡ ਪੰਚ ਦਾ ਨਾਮ ਦੇ ਦੇ। ਹੁਣ ਬੱਚੇ ਹੁੰਦਾ ਇਹ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਕਿ ਇੱਕ ਹੈੱਡ ਪੰਚ ਚੁਣਿਆ ਜਾਂਦਾ ਸੀ ਜੋ ਕਿ ਫੈਸਲਾ ਲੈਂਦਾ ਹੁੰਦਾ ਸੀ ਸਾਰੀ ਪੈਰਵੀ ਸੁਣ ਕੇ। ਤਾਂ ਉਹ ਹੈੱਡ ਪੰਚ ਕੌਣ ਚੁਣਦਾ ਹੁੰਦਾ ਸੀ? ਜੋ ਦੋ ਧਿਰਾਂ ਹੁੰਦੀਆਂ ਸੀ ਉਹਨਾਂ ਦੀ ਸਹਿਮਤੀ ਨਾਲ ਹੈੱਡ ਪੰਚ ਚੁਣ ਲਿਆ ਜਾਂਦਾ ਸੀ। ਤਾਂ ਇੱਥੇ ਇਹੀ ਗੱਲ ਕਹੀ ਜਾ ਰਹੀ ਹੈ ਕਿ ਤੂੰ ਇੱਕ ਹੈੱਡ ਪੰਚ ਦਾ ਨਾਮ ਦੇ ਦੇ, ਜੋ ਫੈਸਲਾ ਹੋ ਗਿਆ ਤੈਨੂੰ ਮੰਨਣਾ ਪਊ। ਤਾਂ ਬੱਚਿਓ ਇੱਥੇ ਇੱਕ ਕੁਐਸਚਨ ਤੁਹਾਡਾ ਸ਼ਾਰਟ ਆਨਸਰ ਟਾਈਪ ਬਣਦਾ ਹੈ ਕਿ ਬੁੱਢੀ ਔਰਤ ਨੇ ਆਪਣਾ ਕੇਸ ਕਿਵੇਂ ਰੱਖਿਆ। ਤਾਂ ਇਹ ਸਾਰੀਆਂ ਗੱਲਾਂ ਜੋ ਆਪਾਂ ਇਸ ਪੈਰੇ ਦੇ ਵਿੱਚ ਲਿਖੀਆਂ ਨੇ ਇਹਨਾਂ ਦੇ ਵਿੱਚੋਂ ਆਪਾਂ ਇਹ ਆਨਸਰ ਦੇ ਸਕਦੇ ਹਾਂ। Juman noticed that most of the panchayat members were people who were obliged to him in one way or another. ਤਾਂ ਜੁਮਨ ਨੇ ਨੋਟਿਸ ਕੀਤਾ, ਉਹਨੇ ਦੇਖਿਆ ਕਿ ਪੰਚਾਇਤ ਦੇ ਜਿੰਨੇ ਮੈਂਬਰਸ ਉੱਥੇ ਆਏ ਹੋਏ ਸੀ ਉਹਨਾਂ ਵਿੱਚੋਂ ਜ਼ਿਆਦਾਤਰ ਉਹ ਲੋਕ ਸੀ ਜਿਹੜੇ ਕਿ ਕਿਸੇ ਨਾ ਕਿਸੇ ਪਾਸੇ ਉਸਦੇ ਸ਼ੁਕਰਗੁਜ਼ਾਰ ਸੀ। ਓਬਲਾਈਜ਼ ਟੂ ਹਿਮ ਦਾ ਮਤਲਬ ਇੱਥੇ ਬੱਚਿਓ ਇਹ ਹੈ ਕਿ ਉਸਨੇ ਕਦੇ ਨਾ ਕਦੇ ਉਹਨਾਂ ਪੰਚਾਇਤ ਮੈਂਬਰਾਂ ਦੀ ਕਦੇ ਹੈਲਪ ਕੀਤੀ ਸੀ ਜਾਂ ਕੋਈ ਉਹਨਾਂ ਦਾ ਕੰਮ ਕਰਿਆ ਸੀ, ਇਸ ਕਰਕੇ ਉਹ ਉਸਦਾ ਅਹਿਸਾਨ ਮੰਨਦੇ ਸੀ। ਓਬਲਾਈਜ਼ ਦਾ ਮਤਲਬ ਹੁੰਦਾ ਇੱਥੇ ਅਹਿਸਾਨਮੰਦ ਹੋਣਾ। ਹੀ ਸੈਡ ਆਈ ਵਿਲ ਐਕਸੈਪਟ ਦ ਡਿਸੀਜ਼ਨਸ ਆਫ ਦੀ ਪੰਚਿਸ ਐਜ਼ ਦ ਡਿਸੀਜ਼ਨ ਆਫ ਗੋਡ। ਤਾਂ ਉਹ ਕਹਿੰਦਾ ਹੈ ਕਿ ਮੈਂ ਪੰਚਾਂ ਦਾ ਜੋ ਫੈਸਲਾ ਹੋਏਗਾ ਉਸ ਨੂੰ ਇਸ ਤਰ੍ਹਾਂ ਸਵੀਕਾਰ ਕਰੂੰਗਾ ਜਿਵੇਂ ਕਿ ਪਰਮਾਤਮਾ ਦਾ ਫੈਸਲਾ ਹੁੰਦਾ ਹੈ। ਨੋਟ ਕਰੋ ਬੱਚਿਓ, ਗੋਡ ਦੀ ਇੱਥੇ ਜੀ ਕੈਪੀਟਲ ਹੈ। ਲੈਟ ਮਾਈ ਆਂਟ ਸਿਲੈਕਟ ਦਾ ਹੈੱਡ ਪੰਚ, ਕਹਿੰਦੇ ਮੇਰੀ ਆਂਟੀ ਨੂੰ ਹੈੱਡ ਪੰਚ ਨੂੰ ਸਿਲੈਕਟ ਕਰਨ ਦਾ ਮੌਕਾ ਦਿਓ, ਉਹ ਚੁਣੇ ਹੈੱਡ ਪੰਚ ਕੌਣ ਹੈ। ਆਈ ਹੈਵ ਨੋ ਓਬਜੈਕਸ਼ਨ, ਮੈਨੂੰ ਕੋਈ ਦਿੱਕਤ ਨਹੀਂ ਹੈ। ਆਪਾਂ ਪੰਜਾਬੀ 'ਚ ਕਹਿ ਨਹੀਂ ਦਿੰਦੇ ਕਿ ਮੈਨੂੰ ਕੋਈ ਦਿੱਕਤ ਨਹੀਂ, ਤਾਂ ਉਹਦੀ ਇੰਗਲਿਸ਼ ਹੁੰਦੀ ਹੈ ਆਈ ਹੈਵ ਨੋ ਓਬਜੈਕਸ਼ਨ। ਦ ਆਂਟ ਸ਼ਾਊਟਿਡ, ਆਂਟ ਨੇ ਚਿਲਾ ਕੇ ਕਿਹਾ, ਯੂ ਕ੍ਰੀਚਰਸ ਆਫ ਗੋਡ, ਹੇ ਰੱਬ ਦੇ ਬੰਦੇ। ਕ੍ਰੀਚਰ ਦਾ ਮਤਲਬ ਬੱਚਿਓ ਵੈਸੇ ਜੀਵ ਹੁੰਦਾ ਹੈ, ਪਰੰਤੂ ਇੱਥੇ ਆਏਗਾ ਕਿ ਰੱਬ ਦਾ ਬੰਦਾ, ਕਿ ਹੇ ਰੱਬ ਦੇ ਬੰਦੇ, ਵਾਈ ਡੋਂਟ ਯੂ ਕਮ ਆਊਟ ਵਿਦ ਦਾ ਨੇਮ ਸੋ ਦੈਟ ਆਈ ਸ਼ੁਡ ਆਲਸੋ ਨੋ। ਤੂੰ ਕਿਉਂ ਨਹੀਂ ਨਾਮ ਦੱਸਦਾ ਤਾਂ ਕਿ ਮੈਨੂੰ ਵੀ ਪਤਾ ਲੱਗੇ, ਵੀ ਤੂੰ ਨਾਮ ਦੱਸ, ਮੈਨੂੰ ਵੀ ਪਤਾ ਲੱਗੇ ਤੂੰ ਕਿਸ 'ਤੇ ਜ਼ਿਆਦਾ ਵਿਸ਼ਵਾਸ ਕਰਦਾ। ਜੁਮਨ ਰਿਪਲਾਈਡ ਐਂਗਰੀਲੀ, ਤਾਂ ਜੁਮਨ ਹੁਣ ਗੁੱਸੇ ਹੋ ਕੇ ਜਵਾਬ ਦਿੰਦਾ ਹੈ, ਡੋਂਟ ਫੋਰਸ ਮੀ ਟੂ ਓਪਨ ਮਾਈ ਮਾਊਥ, ਕਹਿੰਦੇ ਮੇਰਾ ਮੂੰਹ ਖੁਲਵਾਉਣ ਦੀ ਕੋਸ਼ਿਸ਼ ਨਾ ਕਰ। ਦੇਖੋ ਉਸਦੇ ਵਰਡ ਦੇਖੋ, ਆਪਣੀ ਆਂਟੀ ਨੂੰ ਕਿਸ ਤਰ੍ਹਾਂ ਬੋਲ ਰਿਹਾ, ਉਹ ਬਜ਼ੁਰਗ ਔਰਤ ਨੂੰ ਬੋਲ ਰਿਹਾ ਹੈ ਕਿ ਮੇਰਾ ਮੂੰਹ ਨਾ ਖੁਲਵਾ ਤੂੰ, ਇਟਸ ਯੂਅਰ ਪ੍ਰੋਬਲਮ, ਤੇਰੀ ਪ੍ਰੋਬਲਮ ਹੈ, ਤੂੰ ਪੰਚਾਇਤ ਬੁਲਾਈ ਹੈ। ਨੇਮ ਹੂ ਐਵਰ ਯੂ ਵਾਂਟ, ਤੂੰ ਜਿਹਦਾ ਮਰਜ਼ੀ ਨਾਮ ਬੋਲ ਦੇ। ਦ ਆਂਟ ਰਿਅਲਾਈਜ਼ ਦੈਟ ਜੁਮਨ ਵਾਜ਼ ਟਰਾਈਂਗ ਟੂ ਪੁੱਟ ਆਲ ਦਾ ਬਲੇਮ ਔਨ ਹਰ। ਹੁਣ ਆਂਟ ਨੂੰ ਇਹ ਮਹਿਸੂਸ ਹੋਇਆ, ਰਿਅਲਾਈਜ਼ ਦਾ ਮਤਲਬ ਹੁੰਦਾ ਜੀ ਮਹਿਸੂਸ ਹੋਣਾ, ਕਿ ਜੁਮਨ ਸਾਰਾ ਦੋਸ਼ ਉਸ ਦੇ ਮੱਥੇ ਤੇ ਮੜਨਾ ਚਾਹੁੰਦਾ ਹੈ, ਇਹ ਕਹਿ ਕੇ ਕਿ ਮੈਨੂੰ ਤਾਂ ਕੋਈ ਦਿੱਕਤ ਹੀ ਨਹੀਂ ਹੈ, ਜਿਹਦਾ ਮਰਜ਼ੀ ਤੂੰ ਨਾਂ ਲੈ ਦੇ, ਮੈਂ ਤਾਂ ਪਾਕ ਸਾਫ ਹੈ, ਮੇਰੀ ਤਾਂ ਕੋਈ ਗਲਤੀ ਨਹੀਂ ਹੈ, ਤੂੰ ਦੱਸ ਨਾਮ ਕਿਹਦਾ ਲੈਣਾ ਹੈ। ਉਹਨੂੰ ਆਂਟ ਨੂੰ ਐ ਲੱਗਿਆ, ਬਜ਼ੁਰਗ ਔਰਤ ਨੂੰ ਐ ਲੱਗਿਆ ਕਿ ਸਾਰੇ ਦਾ ਸਾਰਾ ਦੋਸ਼ ਇਹ ਮੇਰੇ ਤੇ ਮੜ ਰਿਹਾ ਹੈ। ਸ਼ੀ ਸੈਡ, ਉਸਨੇ ਕਿਹਾ, ਸਨ ਪੁੱਤਰ, ਯੂ ਸ਼ੁੱਡ ਫੀਅਰ ਗੋਡ, ਤੈਨੂੰ ਰੱਬ ਤੋਂ ਡਰਨਾ ਚਾਹੀਦਾ ਹੈ। ਦ ਪੰਚ ਇਜ਼ ਨੋਬੋਡੀਜ਼ ਫਰੈਂਡ ਔਰ ਐਨੀਮੀ, ਪੰਚ ਕਿਸੇ ਦਾ ਵੀ ਦੋਸਤ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਦਾ ਦੁਸ਼ਮਣ ਹੁੰਦਾ ਹੈ। ਵਟ ਕਾਈਂਡ ਆਫ ਟਾਕ ਇਜ਼ ਦਿਸ, ਇਹ ਕਿਹੜੀ ਗੱਲ ਹੋ ਰਹੀ ਹੈ, ਇਸ ਗੱਲ ਦਾ ਕੀ ਮਤਲਬ ਹੈ ਕਿ ਹੈੱਡ ਪੰਚ ਦਾ ਨਾਮ ਤੂੰ ਚੁਣੇ ਮੈਂ ਚੁਣਾ, ਇਹ ਗੱਲ ਦਾ ਕੋਈ ਮਤਲਬ ਨਹੀਂ ਹੈ। ਇਫ ਯੂ ਕਾਂਟ ਟਰਸਟ ਐਨੀਬੋਡੀ, ਜੇ ਤੈਨੂੰ ਕਿਸੇ 'ਤੇ ਵਿਸ਼ਵਾਸ ਨਹੀਂ ਹੈ, ਟਰਸਟ ਦਾ ਮਤਲਬ ਹੁੰਦਾ ਬੱਚਿਓ ਵਿਸ਼ਵਾਸ ਹੋਣਾ, ਦੈਨ ਲੈਟ ਇਟ ਗੋ, ਤਾਂ ਫਿਰ ਇਹਦਾ ਖਹਿੜਾ ਛੱਡ। ਹੁਣ ਲੈਟ ਇਟ ਗੋ ਬੱਚਿਓ ਕਈ ਵਾਰੀ ਤੁਸੀਂ ਵਰਡ ਸੁਣੋਗੇ ਵੀ ਇੰਗਲਿਸ਼ ਕਨਵਰਸੇਸ਼ਨ ਦੇ ਵਿੱਚ ਜਾਂ ਲਿਖਿਆ ਵੀ ਪਾਓਗੇ, ਇਹਦੇ ਕਈ ਮਤਲਬ ਹੁੰਦੇ ਨੇ। ਇੱਥੇ ਦਾ ਮਤਲਬ ਹੈ ਕਿ ਬਹੁਤ ਹੋ ਚੁੱਕਿਆ, ਹੁਣ ਇਹ ਗੱਲ ਦਾ ਆਪਾਂ ਖਹਿੜਾ ਛੱਡੀਏ ਕਿ ਹੈੱਡ ਪੰਚ ਕਿਹਨੇ ਚੁਣਨਾ, ਤੂੰ ਚੁਣਨਾ ਮੈਂ ਚੁਣਨਾ, ਤਾਂ ਇਸ ਗੱਲ ਨੂੰ ਖਤਮ ਕਰਦੇ ਹਾਂ। ਆਈ ਐਮ ਸ਼ੋਰ ਐਟ ਲੀਸਟ ਯੂ ਟਰਸਟ ਅਲਗੂ ਚੌਧਰੀ, ਮੈਨੂੰ ਯਕੀਨ ਹੈ ਕਿ ਘੱਟੋ ਘੱਟ ਤੂੰ ਅਲਗੂ ਚੌਧਰੀ 'ਤੇ ਤਾਂ ਵਿਸ਼ਵਾਸ ਕਰਦਾ। ਆਈ ਵਿਲ ਪ੍ਰਪੋਜ਼ ਹਿਜ਼ ਨੇਮ ਐਜ਼ ਦਾ ਹੈੱਡ ਪੰਚ, ਮੈਂ ਹੈੱਡ ਪੰਚ ਦੇ ਨਾਮ 'ਤੇ, ਮੁੱਖ ਪੰਚ ਦੇ ਨਾਮ 'ਤੇ ਉਸ ਦਾ ਨਾਮ ਪ੍ਰਪੋਜ਼ ਕਰਦੀ ਹੈ, ਉਸ ਦਾ ਨਾਮ ਪ੍ਰਸਤਾਵਿਤ ਕਰਦੀ ਹੈ। ਤਾਂ ਪ੍ਰਪੋਜ਼ ਦਾ ਮਤਲਬ ਹੁੰਦਾ ਜੀ ਸੁਝਾਉਣਾ, ਸੁਜੈਸਟ। ਜੁਮਨ ਸ਼ੇਖ ਵਾਜ਼ ਓਵਰਜੋਇਡ, ਹੁਣ ਜੁਮਨ ਸ਼ੇਖ ਤਾਂ ਇਹ ਸੁਣ ਕੇ ਪੂਰਾ ਖੁਸ਼ ਹੋ ਗਿਆ ਕਿਉਂਕਿ ਅਲਗੂ ਚੌਧਰੀ ਤਾਂ ਉਹਦਾ ਫਾਸਟ ਫਰੈਂਡ ਹੈ। ਬਟ ਹੀ ਹਿਡ ਹਿਜ਼ ਫੀਲਿੰਗ, ਪਰ ਉਸਨੇ ਆਪਣੀਆਂ ਫੀਲਿੰਗਸ ਛੁਪਾ ਲੀਆਂ। ਦੇਖੋ ਉਹ ਪੂਰਾ ਸ਼ਾਤਰ ਹੈ, ਉਸਨੇ ਜ਼ਾਹਿਰ ਨਹੀਂ ਹੋਣ ਦਿੱਤਾ ਕਿ ਮੈਂ ਬੜਾ ਖੁਸ਼ ਹਾਂ। ਹਾਈਡ ਹਿਡ ਦੂਜੀ ਵਰਬ ਲੱਗੀ ਹੈ, ਪੂਰੀ ਦੀ ਪੂਰੀ ਸਟੋਰੀ ਬੱਚਿਓ ਪਾਸਟ ਟੈਂਸ 'ਚ ਚੱਲ ਰਹੀ ਹੈ, ਤਾਂ ਆਪਣੀਆਂ ਫੀਲਿੰਗਸ ਆਪਣੀਆਂ ਭਾਵਨਾਵਾਂ ਛੁਪਾ ਲੈਂਦਾ ਹੈ। ਇਨ ਅ ਕਾਮ ਵੌਇਸ, ਬੜਾ ਹੀ ਸ਼ਾਂਤ ਹੋ ਕੇ, ਹੀ ਸੈਡ, ਉਹ ਕਹਿੰਦਾ ਹੈ, ਵੈਦਰ ਯੂ ਸਿਲੈਕਟ ਅਲਗੂ ਔਰ ਰਾਮਧਨ ਇਟ ਮੇਕਸ ਨੋ ਡਿਫਰੈਂਸ ਟੂ ਮੀ, ਕਹਿੰਦੇ ਚਾਹੇ ਤੂੰ ਅਲਗੂ ਨੂੰ ਆਪਣਾ ਹੈੱਡ ਪੰਚ ਬਣਾ ਲੈ ਚਾਹੇ ਰਾਮਧਨ ਚੁਣ ਲੈ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਟ ਮੇਕਸ ਨੋ ਡਿਫਰੈਂਸ ਟੂ ਮੀ, ਪੰਜਾਬੀ 'ਚ ਆਪਾਂ ਕਈ ਵਾਰੀ ਇਹ ਗੱਲ ਕਹਿ ਦਿੰਦੇ ਹਾਂ ਕਿ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਤਾਂ ਉਹਦੀ ਇੰਗਲਿਸ਼ ਹੁੰਦੀ ਹੈ ਇਟ ਮੇਕਸ ਨੋ ਡਿਫਰੈਂਸ ਟੂ ਮੀ। ਅਲਗੂ ਡਿਡ ਨੋਟ ਵਾਂਟ ਟੂ ਗੈਟ ਇਨਵੋਲਵਡ ਇਨ ਦੇਅਰ ਕੁਆਰਲ, ਤਾਂ ਅਲਗੂ ਉਹਨਾਂ ਦੇ ਝਗੜੇ 'ਚ ਨਹੀਂ ਸੀ ਪੈਣਾ ਚਾਹੁੰਦਾ। ਕੁਆਰਲ ਦਾ ਮਤਲਬ ਹੁੰਦਾ ਹੈ ਜੀ ਝਗੜਾ,
ਤੇ ਗੈਟ ਇਨਵੋਲਵ ਦਾ ਮਤਲਬ ਹੁੰਦਾ ਹੈ ਸ਼ਾਮਿਲ ਹੋਣਾ। ਤਾਂ ਉਹਨਾਂ ਦੇ ਝਗੜੇ 'ਚੋਂ ਪੈਣਾ ਨਹੀਂ ਸੀ ਚਾਹੁੰਦਾ। ਹੀ ਟਰਾਈ ਟੂ ਬੈਕ ਆਊਟ, ਤਾਂ ਉਹ ਪਿੱਛੇ ਹਟਣ ਦੀ ਕੋਸ਼ਿਸ਼ ਕਰਦਾ ਹੈ। ਬੈਕ ਆਊਟ ਦਾ ਮਤਲਬ ਪਿੱਛੇ ਹਟਣਾ। ਆਂਟ, ਹੀ ਸੈਡ, ਉਹ ਕਹਿੰਦਾ ਆਂਟੀ ਜੀ, ਜੁਮਨ ਐਂਡ ਆਈ ਸ਼ੇਅਰ ਅ ਡੀਪ ਫਰੈਂਡਸ਼ਿਪ, ਕਿ ਜੁਮਨ ਤੇ ਮੈਂ ਤਾਂ ਡੂੰਘੇ ਦੋਸਤ ਹੈ, ਸਾਡੀ ਤਾਂ ਦੋਸਤੀ ਬੜੀ ਡੂੰਘੀ ਹੈ। ਦ ਆਂਟ ਰਿਪਲਾਈਡ ਇਨ ਅ ਸੋਬਰ ਵੌਇਸ, ਹੁਣ ਜਿਹੜੀ ਆਂਟ ਹੈ ਉਹ ਉੱਤਰ ਦਿੰਦੀ ਹੈ ਇੱਕ ਸ਼ਾਂਤ ਆਵਾਜ਼ 'ਚ। ਸੋਬਰ ਦਾ ਮਤਲਬ ਇੱਥੇ ਕਾਮ, ਸ਼ਾਂਤ ਕਹਿ ਸਕਦੇ ਹੋ। ਬੜੀ ਹੀ ਸ਼ਾਂਤ ਆਵਾਜ਼ 'ਚ ਉਹ ਆਨਸਰ ਦਿੰਦੀ ਹੈ। ਨੋ ਵਨ ਵਿਲ ਟਰਨ ਹਿਜ਼ ਬੈਕ ਟੂ ਜਸਟਿਸ ਫॉर द ਸੇਕ ਆਫ ਅ ਫਰੈਂਡਸ਼ਿਪ, ਕਹਿੰਦੇ ਕੋਈ ਵੀ ਇਨਸਾਨ ਦੋਸਤੀ ਦੇ ਲਈ ਨਿਆਂ ਨੂੰ ਅਣਦੇਖਾ ਨਹੀਂ ਕਰ ਸਕਦਾ। ਮਤਲਬ ਕਿਸੇ ਵੀ ਇਨਸਾਨ ਦੇ ਲਈ ਜਸਟਿਸ ਜ਼ਿਆਦਾ ਜ਼ਰੂਰੀ ਹੁੰਦੀ ਹੈ, ਨਾ ਕਿ ਉਸ ਦੀ ਦੋਸਤੀ। ਗੋਡ ਰਿਜ਼ਾਈਡਸ ਇਨ ਦਾ ਹਾਰਟ ਆਫ ਅ ਪੰਚ, ਕਹਿੰਦੇ ਜਿਹੜਾ ਪਰਮਾਤਮਾ ਹੁੰਦਾ ਹੈ ਉਹ ਪੰਚ ਦੇ ਦਿਲਾਂ ਦੇ ਵਿੱਚ ਵਾਸ ਕਰਦਾ ਹੈ। ਰਿਜ਼ਾਈਡ ਦੇ ਉੱਪਰ 3 ਨੰਬਰ ਪਿਆ, ਆਪਾਂ ਫੁੱਟ ਨੋਟਸ ਦੇਖ ਲੈਂਦੇ ਹਾਂ। ਤਾਂ 3 ਨੰਬਰ ਤੇ ਲਿਖਿਆ ਹੋਇਆ ਜੀ ਲਿਵਸ। ਤਾਂ ਇਹੀ ਗੱਲ ਹੈ ਜੀ ਕਿ ਪੰਚਾਂ ਦੇ ਹਿਰਦੇ ਵਿੱਚ ਪਰਮਾਤਮਾ ਵਿਰਾਜਮਾਨ ਹੁੰਦਾ ਹੈ। ਦੇ ਸਪੀਕ ਇਨ ਗੋਡਸ ਵੌਇਸ, ਤਾਂ ਉਹਨਾਂ ਦੇ ਅੰਦਰੋਂ ਪਰਮਾਤਮਾ ਦੀ ਆਵਾਜ਼ ਨਿਕਲਦੀ ਹੈ। ਤਾਂ ਉਹਨਾਂ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ। ਇੱਥੇ ਜਿਹੜੇ ਪੰਚਾਇਤ ਦੇ ਪੰਚ ਨੇ ਉਹਨਾਂ ਨੂੰ ਇਹ ਬਜ਼ੁਰਗ ਔਰਤ ਪਰਮਾਤਮਾ ਦੀ ਆਵਾਜ਼ ਮੰਨ ਰਹੀ ਹੈ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਅਲਗੂ ਚੌਧਰੀਜ਼ ਨੋਮੀਨੇਸ਼ਨ ਵਾਜ਼ ਐਕਸੈਪਟਿਡ, ਤਾਂ ਅਲਗੂ ਚੌਧਰੀ ਦੀ ਜਿਹੜੀ ਨੋਮੀਨੇਸ਼ਨ ਹੈ, ਨੋਮੀਨੇਸ਼ਨ ਦਾ ਮਤਲਬ ਨਾਮਜ਼ਦਗੀ, ਉਹ ਮੰਨ ਲਈ ਜਾਂਦੀ ਹੈ। ਦੋਵੇਂ ਧਿਰ ਮੰਨ ਲੈਂਦੇ ਨੇ, ਜੁਮਨ ਸ਼ੇਖ ਵੀ ਮੰਨ ਲੈਂਦਾ ਹੈ, ਉਸਦੀ ਆਂਟ ਵੀ ਮੰਨ ਲੈਂਦੀ ਹੈ ਕਿ ਅਲਗੂ ਚੌਧਰੀ ਸਾਡਾ ਹੈੱਡ ਪੰਚ ਹੋਏਗਾ। ਅਲਗੂ ਚੌਧਰੀ ਸੈਡ, ਅਲਗੂ ਚੌਧਰੀ ਨੇ ਕਿਹਾ, ਸ਼ੇਖ ਜੁਮਨ ਯੂ ਐਂਡ ਆਈ ਆਰ ਓਲਡ ਫਰੈਂਡਸ, ਤੂੰ ਤੇ ਮੈਂ ਪੁਰਾਣੇ ਮਿੱਤਰ ਹਾਂ। ਵੈਨੇਵਰ ਦਾ ਨੀਡ ਅਰੋਜ਼, ਜਦੋਂ ਵੀ ਲੋੜ ਮਹਿਸੂਸ ਹੋਈ, ਨੀਡ ਅਰੋਜ਼ ਦਾ ਮਤਲਬ ਹੈ ਲੋੜ ਮਹਿਸੂਸ ਹੋਈ। ਵੀ ਹੈਲਪਡ ਈਚ ਅਦਰ, ਅਸੀਂ ਇੱਕ ਦੂਜੇ ਦੀ ਮਦਦ ਕੀਤੀ। ਬਟ ਐਟ ਦਿਸ ਮੋਮੈਂਟ, ਪਰੰਤੂ ਇਸ ਪਲ, ਇਸ ਮੌਕੇ, ਯੂ ਐਂਡ ਯੂਰ ਓਲਡ ਆਂਟ ਆਰ ਬੋਥ ਇਕੁਅਲ ਇਨ ਮਾਈ ਆਈਜ਼, ਤੂੰ ਤੇ ਤੇਰੀ ਬੁੱਢੀ ਆਂਟ ਮੇਰੀਆਂ ਅੱਖਾਂ ਦੇ ਸਾਹਮਣੇ ਬਰਾਬਰ ਨੇ। ਮਤਲਬ ਤੁਸੀਂ ਦੋਵੇਂ ਕਾਨੂੰਨ ਦੀਆਂ ਨਜ਼ਰਾਂ 'ਚ ਹੁਣ ਤੁਸੀਂ ਬਰਾਬਰ ਹੋ। ਨਾਓ ਯੂ ਕੈਨ ਮੇਕ ਯੂਰ ਸਟੇਟਮੈਂਟ ਟੂ ਦਾ ਪੰਚਾਇਤ, ਤਾਂ ਹੁਣ ਤੂੰ ਪੰਚਾਇਤ ਦੇ ਸਾਹਮਣੇ ਆਪਣੀ ਸਟੇਟਮੈਂਟ ਦੇ ਸਕਦਾ ਹੈ, ਜੋ ਤੂੰ ਵਿਚਾਰ ਰੱਖਣੇ ਚਾਹੁੰਦਾ ਹੈ ਰੱਖ ਸਕਦਾ ਹੈ। ਜੁਮਨ was confident that he had won the round and that Algu was taking for effect, ਜੁਮਨ ਨੂੰ ਪੂਰਾ ਵਿਸ਼ਵਾਸ ਸੀ। confident ਦਾ ਮਤਲਬ ਪੂਰੇ ਵਿਸ਼ਵਾਸ ਨਾਲ ਭਰਿਆ ਹੋਇਆ ਸੀ ਕਿ ਉਸਨੇ ਬਾਜ਼ੀ ਜਿੱਤ ਲਈ ਹੈ। won the round, win the round ਦਾ ਮਤਲਬ ਹੁੰਦਾ ਬੱਚਿਓ ਬਾਜ਼ੀ ਜਿੱਤਣਾ, ਅਤੇ ਅਲਗੂ ਇਹ ਸਾਰੀਆਂ ਗੱਲਾਂ ਅਸਰ ਪਾਉਣ ਲਈ ਕਰ ਰਿਹਾ ਹੈ। ਅਲਗੂ was talking for effect, for effect ਦਾ ਮਤਲਬ ਕਿ ਅਸਰ ਪਾਉਣ ਲਈ ਗੱਲ ਕਰ ਰਿਹਾ ਹੈ ਪੰਚਾਇਤ ਤੇ। ਸੋ ਹੀ ਸੈਡ ਪੀਸਫੁਲੀ, ਇਸ ਕਰਕੇ ਉਸਨੇ ਬੜੇ ਸ਼ਾਂਤ ਹੋ ਕੇ ਕਿਹਾ, ਡੀਅਰ ਮੈਂਬਰਸ, ਪਿਆਰੇ ਮੈਂਬਰਸ, 3 years ago my aunt transferred her property to me, 3 ਸਾਲ ਪਹਿਲਾਂ ਮੇਰੀ ਆਂਟੀ ਨੇ ਪ੍ਰਾਪਰਟੀ ਮੇਰੇ ਨਾਮ ਟ੍ਰਾਂਸਫਰ ਕਰਤੀ ਸੀ, ਜਾਇਦਾਦ ਮੈਨੂੰ ਦੇਤੀ ਸੀ। ਇਨ ਰਿਟਰਨ, ਬਦਲੇ ਦੇ ਵਿੱਚ, I had agreed to look after her needs, ਤਾਂ ਬਦਲੇ ਦੇ ਵਿੱਚ ਮੈਂ ਮੰਨ ਗਿਆ ਸੀ ਕਿ ਮੈਂ ਉਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖੂੰਗਾ। ਲੁੱਕ ਆਫਟਰ ਦਾ ਮਤਲਬ ਹੁੰਦਾ ਹੈ ਧਿਆਨ ਰੱਖਣਾ। ਐਂਡ ਐਜ਼ ਗੋਡ ਇਜ਼ ਮਾਈ ਵਿਟਨੈਸ, ਅਤੇ ਪਰਮਾਤਮਾ ਗਵਾਹ ਹੈ। ਵਿਟਨੈਸ ਦਾ ਮਤਲਬ ਹੁੰਦਾ ਬੱਚਿਓ ਗਵਾਹ ਨੂੰ ਕਿਹਾ ਜਾਂਦਾ ਹੈ, ਪਰਮਾਤਮਾ ਗਵਾਹ ਹੈ। ਆਈ ਹੈਵ ਕਾਜ਼ਡ ਹਰ ਨੋ ਟਰਬਲ ਟਿਲ ਟੂਡੇ, ਕਿ ਮੈਂ ਹੁਣ ਤੱਕ ਉਸ ਨੂੰ ਕੋਈ ਵੀ ਦੁੱਖ ਨਹੀਂ ਪਹੁੰਚਾਇਆ। ਕਾਜ਼ਡ ਹਰ ਨੋ ਟਰਬਲ, ਕਾਜ਼ ਨੋ ਟਰਬਲ ਬੱਚਿਓ ਇਕੱਠਾ ਹੁੰਦਾ ਹੈ, ਇਸ ਦਾ ਮਤਲਬ ਹੁੰਦਾ ਹੈ ਦੁੱਖ ਪਹੁੰਚਾਉਣਾ, ਕਿ ਮੈਂ ਉਸ ਨੂੰ ਕਦੇ ਵੀ ਕੋਈ ਦੁੱਖ ਨਹੀਂ ਪਹੁੰਚਾਇਆ। ਪਰਮਾਤਮਾ ਗਵਾਹ ਹੈ ਇਸ ਗੱਲ ਦਾ। ਆਈ ਟਰੀਟ ਹਰ ਐਜ਼ ਮਾਈ ਓਨ ਮਦਰ, ਮੈਂ ਇਸ ਨੂੰ ਆਪਣੀ ਮਾਂ ਮੰਨਦਾ ਹਾਂ। ਐਜ਼ ਇਟ ਇਜ਼ ਮਾਈ ਡਿਊਟੀ ਟੂ ਲੁੱਕ ਆਫਟਰ ਹਰ, ਕਿਉਂਕਿ ਇਹ ਮੇਰੀ ਡਿਊਟੀ ਹੈ ਕਿ ਮੈਂ ਇਸ ਦਾ ਧਿਆਨ ਰੱਖਾਂ। ਬਟ ਦੇਅਰ ਇਜ਼ ਆਲਵੇਜ਼ ਫ੍ਰਿਕਸ਼ਨ ਬਿਟਵੀਨ ਦਾ ਵਿਮਨ ਇਨ ਅ ਹਾਊਸ ਹੋਲਡ, ਪਰੰਤੂ ਘਰਾਂ ਦੇ ਵਿੱਚ ਅਕਸਰ ਔਰਤਾਂ ਦੇ ਵਿਚਕਾਰ ਕੋਈ ਨਾ ਕੋਈ ਫ੍ਰਿਕਸ਼ਨਬਾਜ਼ੀ ਚੱਲਦੀ ਰਹਿੰਦੀ ਹੈ। ਇੱਥੇ ਫ੍ਰਿਕਸ਼ਨ ਦੇ ਉੱਪਰ ਬੱਚਿਓ 4 ਨੰਬਰ ਪਾਇਆ, ਆਪਾਂ ਦੇਖ ਲੈਂਦੇ ਹਾਂ ਫੁੱਟ ਨੋਟਸ 'ਚ। ਤਾਂ 4 ਹੈ ਜੀ ਕੁਐਰਲਸ ਐਂਡ ਇਲ ਫੀਲਿੰਗਸ, ਉਹੀ ਬੁਰੀਆਂ ਭਾਵਨਾਵਾਂ, ਲੜਾਈ ਝਗੜੇ।
ਕਹਿੰਦੇ ਘਰਾਂ ਦੇ ਵਿੱਚ ਔਰਤਾਂ ਲੜੀ ਪੈਂਦੀਆਂ ਆਪਸ 'ਚ, ਉਹਨਾਂ 'ਚ ਲੜਾਈ ਝਗੜੇ ਹੁੰਦੇ ਰਹਿੰਦੇ ਨੇ। ਹਾਊਸ ਹੋਲਡ ਦਾ ਮਤਲਬ ਇੱਥੇ ਘਰ ਨੂੰ ਕਿਹਾ ਗਿਆ। ਹਾਊ ਕੈਨ ਆਈ ਬੀ ਬਲੇਮਡ ਫॉर ਦੈਟ, ਤਾਂ ਮੈਨੂੰ ਇਸ ਗੱਲ ਦੇ ਲਈ ਕਿਉਂ ਬਲੇਮ ਕੀਤਾ ਜਾਵੇ। ਬਲੇਮ ਦਾ ਮਤਲਬ ਕਸੂਰਵਾਰ ਠਹਿਰਾਇਆ ਜਾਵੇ। ਜੋ ਘਰ 'ਚ ਝਗੜੇ ਦੋ ਔਰਤਾਂ ਦੇ ਵਿੱਚ ਚੱਲ ਰਹੇ ਨੇ, ਤਾਂ ਮੈਂ ਇਸ ਦੇ ਵਿੱਚ ਕਿਉਂ ਬਲੇਮ ਕੀਤਾ ਜਾ ਰਿਹਾ, ਮੈਨੂੰ ਕਿਉਂ ਦੋਸ਼ ਲੱਗ ਰਿਹਾ ਇਹਨਾਂ ਗੱਲਾਂ ਦਾ। ਮਾਈ ਆਂਟ ਵਾਂਟਸ ਆ ਸੈਪਰੇਟ ਮੰਥਲੀ ਅਲਾਊਂਸ ਫਰੋਮ ਮੀ, ਮੇਰੀ ਆਂਟ ਮੇਰੇ ਤੋਂ ਅਲੱਗ ਤੋਂ ਮਹੀਨੇ ਦਾ ਗੁਜ਼ਾਰਾ ਮੰਗਦੀ ਹੈ। ਮੰਥਲੀ ਅਲਾਊਂਸ, ਅਲਾਊਂਸ ਸ਼ਬਦ ਵੀ ਨੀਚੇ ਆਇਆ ਬੱਚਿਓ। ਅ ਫਿਕਸਡ ਅਮਾਊਂਟ ਆਫ ਮਨੀ, ਇੱਕ ਫਿਕਸ ਅਮਾਊਂਟ ਆਫ ਮਨੀ ਕਰਤੀ ਜਾਂਦੀ ਹੈ ਵੀ ਇੰਨਾ ਪੈਸਾ ਦੇਣਾ ਹੀ ਦੇਣਾ ਤੈਨੇ, ਉਸ ਨੂੰ ਅਸੀਂ ਅਲਾਊਂਸ ਕਹਿੰਦੇ ਹਾਂ। ਅਲਾਊਂਸ ਦਾ ਮਤਲਬ ਵੈਸੇ ਪੰਜਾਬੀ 'ਚ ਭੱਤੇ ਨੂੰ ਕਿਹਾ ਜਾਂਦਾ ਹੈ, ਗੁਜ਼ਾਰਾ ਭੱਤਾ। ਤਾਂ ਮੇਰੀ ਆਂਟ ਮੇਰੇ ਤੋਂ ਹਰ ਮਹੀਨੇ ਦਾ ਗੁਜ਼ਾਰਾ ਭੱਤਾ ਮੰਗਦੀ ਹੈ। ਯੂ ਆਲ ਨੋ ਹਾਊ ਮਚ ਪ੍ਰੋਪਰਟੀ ਦੇਅਰ ਵਾਜ਼, ਹੁਣ ਤੁਹਾਨੂੰ ਪਤਾ ਹੈ ਕਿ ਕਿੰਨੀ ਪ੍ਰੋਪਰਟੀ ਹੈ, 3 ਬਿੱਗੇ ਹੀ ਨੇ, ਆਪਾਂ ਉੱਪਰ ਪੜ੍ਹੇ। ਦੇਅਰ ਇਜ਼ ਨੋਟ ਇਨਫ ਇਨਕਮ ਫਰੋਮ ਇਟ ਟੂ ਪੇ ਹਰ ਅ ਮੰਥਲੀ ਅਲਾਊਂਸ, ਤਾਂ ਇਸ ਪ੍ਰੋਪਰਟੀ ਤੋਂ, ਇਸ ਜਾਇਦਾਦ ਤੋਂ ਇੰਨੀ ਇਨਕਮ ਨਹੀਂ ਆਉਂਦੀ, ਇੰਨਾ ਪੈਸਾ ਨਹੀਂ ਆਉਂਦਾ ਕਿ ਮੈਂ ਇਸ ਦੇ ਵਿੱਚੋਂ ਮੰਥਲੀ ਅਲਾਊਂਸ, ਮਹੀਨੇ ਦਾ ਜਿਹੜਾ ਭੱਤਾ ਉਹ ਮੈਂ ਪੇ ਕਰ ਸਕਾਂ, ਇਸ ਨੂੰ ਦੇ ਸਕਾਂ। ਅਪਾਰਟ ਫਰੋਮ ਦਿਸ, ਇਸ ਤੋਂ ਬਿਨਾਂ ਦੇਅਰ ਇਜ਼ ਨੋ ਮੈਂਸ਼ਨ ਆਫ ਐਨੀ ਮੰਥਲੀ ਅਲਾਊਂਸ ਇਨ ਅਵਰ ਅਗਰੀਮੈਂਟ, ਤਾਂ ਜਿਹੜਾ ਸਾਡੇ 'ਚ ਅਗਰੀਮੈਂਟ ਹੋਇਆ ਸੀ, ਜੋ ਸਮਝੌਤਾ ਹੋਇਆ ਸੀ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਮੰਥਲੀ ਅਲਾਊਂਸ ਦਾ ਕੋਈ ਵੀ ਜ਼ਿਕਰ ਨਹੀਂ ਸੀ। ਮੈਂਸ਼ਨ ਦਾ ਮਤਲਬ ਹੁੰਦਾ ਬੱਚਿਓ ਜ਼ਿਕਰ ਹੋਣਾ। ਤਾਂ ਬੱਚਿਓ ਆਪਾਂ ਦੇਖਿਆ ਸੀ ਕਿ ਇੱਕ ਡੀਡ ਸਾਈਨ ਹੋਈ ਸੀ, ਲੀਗਲ ਡਾਕੂਮੈਂਟ ਸਾਈਨ ਹੋਇਆ ਸੀ, ਜਿਸ ਦੇ ਕਰਕੇ ਇਸ ਦੀ ਸਾਰੀ ਪ੍ਰਾਪਰਟੀ ਬੁੱਢੀ ਔਰਤ ਦੀ ਜੁਮਨ ਨੂੰ ਮਿਲ ਗਈ ਸੀ। ਤਾਂ ਉਹ ਉਸੇ ਡੀਡ ਦੀ ਗੱਲ ਕਰ ਰਿਹਾ ਕਿ ਉਸ ਦੇ ਵਿੱਚ ਮੇਰੀ ਆਂਟੀ ਨੂੰ ਮੰਥਲੀ ਅਲਾਊਂਸ ਦੇਣ ਦੀ ਕੋਈ ਗੱਲ ਨਹੀਂ ਸੀ ਹੋਈ। ਅਦਰਵਾਈਜ਼ ਆਈ ਵੁੱਡ ਨੋਟ ਹੈਵ ਟੇਕਨ ਔਨ ਦਿਸ ਅਨਨੈਸੈਸਰੀ ਹੈਡੇਕ, ਜੇਕਰ ਮੈਨੂੰ ਪਤਾ ਹੁੰਦਾ, ਮਤਲਬ ਕਿ ਜੇਕਰ ਉਸ ਡੀਡ ਦੇ ਵਿੱਚ ਇਹ ਲਿਖਿਆ ਹੁੰਦਾ ਕਿ ਤੈਨੇ ਹਰ ਮਹੀਨੇ ਮੰਥਲੀ ਅਲਾਊਂਸ ਮੇਰੀ ਆਂਟੀ ਨੂੰ ਦੇਣਾ ਹੈ, ਤਾਂ ਮੈਂ ਕਦੇ ਵੀ ਇਹ ਬੇਮਤਲਬ ਦੀ ਜਿਹੜੀ ਹੈਡੇਕ ਹੈ ਆਪਣੇ ਸਿਰ 'ਤੇ ਨਾ ਲੈਂਦਾ। ਅਨਨੈਸੈਸਰੀ ਦਾ ਮਤਲਬ ਹੁੰਦਾ ਹੈ ਬੇਮਤਲਬ ਦੀ, ਬੇਲੋੜੀ, ਅਤੇ ਹੈਡੇਕ ਦਾ ਮਤਲਬ ਹੁੰਦਾ ਹੈ ਸਿਰ ਦਰਦ। ਕਿ ਜੇ ਮੈਨੂੰ ਪਤਾ ਹੁੰਦਾ ਕਿ ਮੈਨੇ ਹਰ ਮਹੀਨੇ ਮੰਥਲੀ ਅਲਾਊਂਸ ਆਪਣੀ ਆਂਟੀ ਨੂੰ ਦੇਣਾ ਹੈ, ਤਾਂ ਮੈਂ ਇਸ ਦੀ ਪ੍ਰਾਪਰਟੀ ਆਪਣੇ ਨਾਮ 'ਤੇ ਲਗਾਉਂਦਾ ਹੀ ਨਹੀਂ ਸੀ। ਤਾਂ ਜਿਹੜੀ ਡੀਡ ਹੋਈ ਆ ਉਸ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ, ਤਾਂ ਮੈਨੂੰ ਇਸ ਗੱਲ ਦੇ ਲਈ ਬਲੇਮ ਨਹੀਂ ਕੀਤਾ ਜਾਣਾ ਚਾਹੀਦਾ। ਦਿਸ ਇਜ਼ ਆਲ ਦੈਟ ਆਈ ਹੈਵ ਟੂ ਸੇ, ਮੈਂ ਇਹੀ ਸਭ ਕੁਝ ਕਹਿਣਾ ਚਾਹੁੰਦਾ ਹਾਂ। ਦਾ ਪੰਚਾਇਤ ਇਜ਼ ਵੈਲਕਮ ਟੂ ਡਿਸਾਈਡ ਐਜ਼ ਇਟ ਵਿਸ਼ੇਸ, ਤਾਂ ਪੰਚਾਇਤ ਨੂੰ ਹੁਣ ਅਧਿਕਾਰ ਹੈ ਕਿ ਉਹ ਜੋ ਵੀ ਫੈਸਲਾ ਕਰੇ ਉਹ ਕਰ ਸਕਦੀ ਹੈ, ਅਤੇ ਮੈਨੂੰ ਉਹ ਫੈਸਲਾ ਮੈਂ ਮੰਨਾਂਗਾ, ਮੈਂ ਉਸ ਫੈਸਲੇ ਦਾ ਸਵਾਗਤ ਕਰਾਂਗਾ। ਤਾਂ ਬੱਚਿਓ ਇੱਥੇ ਇੱਕ ਤੁਹਾਡਾ ਕੁਐਸਚਨ ਸ਼ਾਰਟ ਆਨਸਰ ਟਾਈਪ ਬਹੁਤ ਹੀ ਇੰਪੋਰਟੈਂਟ ਕੁਐਸਚਨ ਬਣਦਾ, ਜੋ ਕੁਐਸਚਨ ਤੁਹਾਡੀ ਐਕਸਰਸਾਈਜ਼ 'ਚ ਵੀ ਆਇਆ ਹੈ ਕਿ ਬੁੱਢੀ ਔਰਤ ਕਿਸ ਪਰਸਨ ਨੂੰ ਹੈੱਡ ਪੰਚ ਨੋਮੀਨੇਟ ਕਰਦੀ ਹੈ। ਤਾਂ ਸਾਨੂੰ ਆਲਰੇਡੀ ਉਹਦਾ ਆਨਸਰ ਪਤਾ ਹੈ ਕਿ ਇਹ ਅਲਗੂ ਚੌਧਰੀ ਨੂੰ ਨੋਮੀਨੇਟ ਕੀਤਾ ਜਾਂਦਾ ਹੈ।